बाणी जो जियो जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै। परतख गुरु निस्तारै। बाणी बिरलो विचारसी। जे को गुरमुख होए एह बाणी महापुरख की। निज घर वासा होए सारंग। महला पंजवा। मेरा मन एक ही प्रिय मांगे। पेख आयो सर्ब थान देश। प्रिय रोम न समसर लागे। रहाऊ मैं नीरे अनक। भोजन बहु व्यंजन तिन स्यों दृष्ट न कर रुचांग। हर रस चाहे प्रिय प्रिय मुख टेर। ज्यों अल कमला लोपांग। गुण निदान मन मोहन लालन। सुखदाई सर बांग। गुर नानक प्रभ पाहे पठायो। मिलो सखा गल लागे। गुण निदान मन मोहन लालन। सुखदाई सर बांगे। गुर नानक प्रभ पाहे पठायो। मिलो सखा गल लागे। वाहिगुरु जी का खालसा वाहिगुरु जी की फतेह। इस पावन शब्द दी विचार जो श्री गुरु ग्रंथ साहिब पातशाह महाराज जी दे 1209 1210 अंग ते दर्ज है। भाई हरविंदर सिंह जी सुहाना आप जी नूं सरवण करवाउणगे।
ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਈ ਸਾਹਿਬ ਜੀ ਨੂੰ ਪ੍ਰਚਾਰ ਦੀ ਸੇਵਾ ਬਖਸ਼ੀ ਹੋਈ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਆਓ ਸਿੱਖੀ ਦੇ ਬੂਟੇ ਲਾਈਏ। ਆਪਣੇ ਹੱਥੀਂ ਜੇ ਆਪਾਂ ਆਪਣੇ ਬੱਚਿਆਂ ਨੂੰ ਸਿੱਖ ਨਹੀਂ ਬਣਾ ਸਕੇ ਤੇ ਜਿਨ੍ਹਾਂ ਤੇ ਗੁਰੂ ਨਾਨਕ ਤਰੁੱਠਿਆ ਪਰਿਵਾਰਾਂ ਤੇ ਬੱਚਿਆਂ ਤੇ, ਪਰਿਵਾਰ ਅੰਮ੍ਰਿਤਧਾਰੀ ਨੇ, ਬੱਚੇ ਅੰਮ੍ਰਿਤਧਾਰੀ ਨੇ, ਨਿਤਨੇਮੀ ਨੇ, ਉਹਨਾਂ ਬੱਚਿਆਂ ਨੂੰ ਆਪਣੇ ਧੀਆਂ ਪੁੱਤਰ ਮੰਨ ਲਈਏ। ਜੇ ਸਾਡੇ ਕੋਲ ਪੁੱਤਰ ਨੇ, ਆਪਾਂ ਕਿਸੇ ਨੂੰ ਮੂੰਹ ਬੋਲੀ ਧੀ ਬਣਾ ਕੇ ਉਸ ਨੂੰ ਪੜ੍ਹਾਈਏ। ਜੇ ਧੀਆਂ ਨੇ ਤਾਂ ਅਸੀਂ ਆਪਣਾ ਮੂੰਹ ਬੋਲਿਆ ਪੁੱਤਰ ਬਣਾ ਕੇ ਉਸ ਬੱਚੇ ਦੀ ਪੜ੍ਹਾਈ ਕਰਾਈਏ। ਉਹ ਬੱਚਾ ਤੁਹਾਡਾ ਨਾਂ ਰੋਸ਼ਨ ਕਰੇਗਾ, ਆਪਣੀ ਕੌਮ, ਆਪਣੇ ਪੰਥ, ਆਪਣੇ ਧਰਮ ਦਾ ਨਾਂ ਉੱਚਾ ਕਰੇਗਾ। ਸੋ ਇਹ ਤੁਹਾਡਾ ਆਪਣਾ ਫੈਸਲਾ ਹੈ ਕਿ ਕੀ ਤੁਸੀਂ ਬੱਚਾ ਨਰਸਰੀ ਤੋਂ ਅਡਾਪਟ ਕਰਨਾ ਹੈ ਜਾਂ ਵੱਡੀਆਂ ਕਲਾਸਾਂ ਤੋਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬੱਚੇ ਵੱਡੇ ਵੱਡੇ ਅਫੀਸਰ ਬਣਨ, ਜੱਜ ਬਣਨ, ਵਕੀਲ ਬਣਨ, ਇੰਜੀਨੀਅਰ ਬਣਨ, ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਦੇ CEO ਬਣਨ, IAS ਅਫਸਰ ਬਣਨ, ਪਰ ਹੋਣ ਗੁਰਸਿੱਖ ਜਿਹਦੇ ਤੇ ਦੁਨੀਆ ਨੂੰ ਵੀ ਮਾਣ ਹੋਵੇ। ਇਹਦੇ ਵਿੱਚ ਆਪਣਾ ਹਿੱਸਾ ਪਾਓ। ਅਸੀਂ ਦਸਵੰਧ ਸਾਰੇ ਹੀ ਕੱਢਦੇ ਹਾਂ, ਪਰ ਕੋਈ ਨਾ ਕੋਈ ਮਨੁੱਖ ਸਾਡੇ ਘਰੋਂ ਆ ਕੇ ਸਾਨੂੰ ਇਧਰ ਉਧਰ ਦੀਆਂ ਗੱਲਾਂ ਕਰਕੇ ਸਾਡੇ ਕੋਲੋਂ ਉਹ ਪੈਸੇ ਲੈ ਜਾਂਦਾ ਹੈ। ਇਹ ਤੁਸੀਂ ਆਪਣੇ ਹੱਥੀਂ ਖਰਚਣੇ ਨੇ। ਉਹ ਬੱਚਾ, ਉਹਦਾ ਨਾਂ ਕੀ ਹੈ, ਉਹਦਾ ਮਾਤਾ ਪਿਤਾ ਜਿਨ੍ਹਾਂ ਨੇ ਜਨਮ ਦਿੱਤਾ ਹੈ, ਬੱਚੇ ਦਾ ਸਕੂਲ, ਬੱਚੇ ਦੀ ਕਲਾਸ, ਬੱਚੇ ਦੀ ਮਾਰਕ ਲਿਸਟ, ਇਹ ਸਭ ਕੁਝ ਤੁਹਾਨੂੰ ਦਿੱਲੀ ਕਮੇਟੀ ਜਿਹੜੀ ਹੈ ਉਹ ਸਮੇਂ-ਸਮੇਂ ਦੱਸੇਗੀ, ਪਹੁੰਚਾਏਗੀ, ਅਪਡੇਟ ਕਰੇਗੀ। ਔਰ ਤੁਸੀਂ ਉਸ ਬੱਚੇ ਨਾਲ ਵਾਸਤਾ ਰਹੋ ਤਾਂ ਕਿ ਅਕਲੀ ਕੀਚੇ ਦਾਨ ਦਾ ਇੱਕ ਪਾਠ ਹੈ ਉਹ ਆਪਾਂ ਸਾਰੇ ਰਲ ਕੇ ਆਪਣੇ ਜੀਵਨ ਵਿੱਚ ਕਮਾ ਸਕੀਏ। ਨਿਸ਼ਾਨ ਸਾਹਿਬ ਦੇ ਕੋਲ ਡੈਕਸ ਲੱਗ ਚੁੱਕਾ ਹੈ। ਬਕਾਇਦਾ ਇੱਕ ਅਸੀਂ ਡਿਪਾਰਟਮੈਂਟ ਬਣਾ ਕੇ ਦਿੱਲੀ ਕਮੇਟੀ ਵੱਲੋਂ, ਜਿਵੇਂ NGO ਹੁੰਦੇ ਨੇ ਉਸੇ ਤਰ੍ਹਾਂ ਇੱਕ ਵੱਖਰੀ ਸੰਸਥਾ ਜਿਹੜੀ ਗਰੀਬ ਸਿੱਖ ਬੱਚਿਆਂ ਦੀ ਪੜ੍ਹਾਈ ਦਾ ਇਹ ਸਾਰਾ ਪ੍ਰਬੰਧ ਵੇਖੇਗੀ। ਉਹਦੇ ਵਿੱਚ ਆਪ ਜੀ ਆਪਣੀਆਂ ਸੇਵਾਵਾਂ ਵੀ ਦੇ ਸਕਦੇ ਹੋ। ਜਿਨ੍ਹਾਂ ਨੂੰ ਸੌਫਟਵੇਅਰ ਦੀ ਨੌਲੇਜ ਹੋਵੇ, ਸਮਾਂ ਹੋਵੇ, ਉਹ ਆ ਕੇ ਇਸ ਵੱਡੇ ਕਾਰਜ ਦੇ ਵਿੱਚ ਆਪਣੇ ਹੱਥੀਂ ਵੀ ਸੇਵਾ ਕਰ ਸਕਦੇ ਹੋ। ਆਓ ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ
ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਸੁਸ਼ੋਭਿਤ ਸਾਧ ਸੰਗਤ ਜੀਓ, ਅਦਬ ਸਹਿਤ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਬੜੇ ਹੀ ਪ੍ਰੇਮ ਤੇ ਭਾਵ ਸਹਿਤ ਸ਼ਰਧਾ ਭਾਵਨਾ ਦੇ ਨਾਲ ਟਿਕ ਕੇ ਬਾਲਾ ਪ੍ਰੀਤਮ साहिब सतगुरु गुरु हरकृष्ण महाराज जी के पावन चरण छुह प्राप्त स्थान गुरुद्वारा बंगला साहिब विखे बड़े प्रेम ते भाव विच जुड़ मिल बैठे हो। पातशाह गुरुदेव जी दियां बेअंत महरहमतां ते वडियाइयां जो संगत विच सदा वरतदियां ने, आप उन्हां दे सांझी ते धारणे होए हो। किरपालता करना, अपने निर्मल हिरदे चों अरदास करना जो गुरु पातशाह साहब जी रहमत करन, पावन शब्द दी विचार, बोलण दा ताड़, विचार दा प्रवाह आप ही बख्शिश करन। एक बार आसीस दिंदिया अमृत दृष्टि पा के जपना जी, सतनाम श्री वाहिगुरू। गरीब निवास कट कट के वासी श्री अकाल पुरख वाहिगुरू जी का कोटान कोट शुकराना है जो सच्चे पातशाह साहब जी ने कृपा की है। संपूर्ण रैन अपने प्यार अते भाणे च बतीत कराई है। अमृत वेले दी जाग बख्शिश की। इस वक्त अपने पावन दरबार दी हाजरी भरन दा सुभाग बख्शिया। हर रोज की तरह अज भी अमृत वेले जद साहिब जी की बख्शिशां दा दर खुलिया ते दर तो एक धुन प्रकट होंदी है। उस धुन दे विचों सानू शब्द मिलता है। बाणी का पठन पाठन करने वालियां ने एक गल पढ़ी है, धुन मह ध्यान, ध्यान मह जानिया। उस दर तो जो धुन प्रकट होंदी है, वो धुन जद साडे तक पहुँच करदी ते उहदे विचों शब्द प्रकट हो जाता है। अज इस पावन स्थान ते जितने जी अमृत वेले तो हाज़र होए रहे ने और जिन्हां ने देर रात तक इत्थे नतमस्तक होंदे रहना है, उन्हां सारियां लई पातशाह साहब जी ने शब्द बख्शिश कीता है जो साडे लई अज गुरमत है। अक्सर असीं गाहे बगाहे इसकी चर्चा करते रहने हैं कि गुरमत की है। जो शब्द सानू अज मिले है वो साडी अज गुरमत है, गुरु की मत है। शब्द चों सानू विचार मिलना है, विचार का असर साडे मन ते होना है ते जितना उस असर नू, उस प्रभाव नू साडे मन ने मान लेना है, उन्ना को साडे मन ने बदल जाना है। यही गुरमत का प्रभाव है। कितना मन लेंदा है कोई। जितने भी जी असी इस वक्त भी इत्थे हाज़र हाँ जां जिहड़े अजकल दी टैक्नोलॉजी करके जिथे भी किसी को बैठा होया जी इस पावन दरबार नाल जुड़िया होया है, कितना मनदा है बदलाव। फिर अगली गल है, सानू अज सतगुरु ने मनण की एक जुगत दी है। जदों असीं शब्द की धारा वल तुरदे हां ते सानू उहदे कई स्टैप मिलणगे। और अक्सर हुंदा है साडे घर तो लैके साडी मंजिल तक कई स्टैप होणगे, कई मोड़ होणगे, कई पड़ाव होणगे। मोटे मोटे तौर ते 2-3 पड़ाव तो अक्सर होंदे ही नहीं ना।
ਅਸੀਂ ਆਪਣੇ ਦਰਵਾਜ਼ੇ ਤੋਂ ਬਾਹਰ ਨਿਕਲਾਂਗੇ, ਗਲੀ ਚ ਆਵਾਂਗੇ, ਸੜਕ ਤੇ ਜਾਵਾਂਗੇ, ਫਿਰ ਉੱਥੋਂ ਸ਼ਾਹ ਮਾਰਗ ਪਕੜਦੇ ਮੰਜ਼ਿਲ ਤੇ ਪਹੁੰਚਾਂਗੇ। ਠੀਕ ਇਸੇ ਤਰ੍ਹਾਂ ਜਦੋਂ ਸਾਡੇ ਚੋਂ ਕੋਈ ਜੀ ਗੁਰੂ ਵੱਲ ਧਿਆਨ ਕਰਦਾ ਹੈ, ਗੁਰੂ ਵੱਲ ਚੱਲਣਾ ਚਾਹੁੰਦਾ, ਜਿਵੇਂ ਘਰਾਂ ਤੋਂ ਆਪ ਤਿਆਰ ਹੋ ਕੇ ਤੁਰੇ, ਇਹ ਤੇ ਸਰੀਰਕ ਗੱਲ ਹੈ ਨਾ, ਪਰ ਇੱਥੇ ਬੈਠ ਕੇ ਅਸੀਂ ਸਰੀਰ ਦੀ ਵਿਆਖਿਆ ਨਹੀਂ ਕਰਦੇ, ਕਿਉਂਕਿ ਗੁਰਸਿੱਖੀ ਦੇ ਦਰਸ਼ਨ ਦੇ ਵਿੱਚ ਸਰੀਰਾਂ ਦਾ ਬਦਲਾਵ ਨਹੀਂ ਹੈ। ਅੱਜ ਤੱਕ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਕਿਹੋ ਜਿਹੇ ਕੱਪੜੇ ਪਾਇਆ ਕਰੋ, ਕਿਹੋ ਜਿਹਾ ਰੰਗ ਪਾਇਆ ਕਰੋ। ਨਹੀਂ ਭਾਈ, ਤੁਹਾਡੇ ਦੇਸ਼ ਕਾਲ ਦੀ ਹਾਲਾਤ ਮਜਬੂਰੀ ਹੋ ਸਕਦੀ ਹੈ, ਦੇਸ਼ ਕਾਲ ਦੇ ਮੁਤਾਬਕ ਹੋ ਸਕਦੇ ਨੇ। ਹੁਣ ਅਸੀਂ ਪ੍ਰੈਸ਼ਰ ਥੋੜਾ ਦੇਣਾ ਨਾ ਉਚਿਤ ਹੈ। ਕੋਈ ਜਿਸ ਦੇਸ਼ ਤੇ ਜਿਸ ਕਾਲ ਵਿੱਚ ਰਹਿੰਦਾ ਹੈ ਉੱਥੋਂ ਦੇ ਮੁਤਾਬਕ ਉਹਨੂੰ ਵਸਤਰ ਪਾਉਣੇ ਉਚਿਤ ਨੇ। ਬਸ ਗੁਰੂ ਨਾਨਕ ਦਾ ਚੇਤਾ ਰੱਖ ਲੈਣਾ, ਸਾਡੀ ਖੁਰਾਕ, ਸਾਡਾ ਲਿਬਾਸ, ਸਾਡਾ ਸਰੀਰ ਦੀ तमाम क्रियावां जो लिबास ਨਾਲ ਸੰਬੰਧਿਤ ਨੇ, ਖੁਰਾਕ ਕਰਕੇ ਸੰਬੰਧਿਤ ਨੇ, ਸੌਣ ਜਾਗਣ ਉੱਠਣ ਬੈਠਣ क्रियावां ਸੰਬੰਧਿਤ ਨੇ, ਉਹਨਾਂ ਦੇ ਬਾਰੇ ਗੁਰੂ ਨਾਨਕ ਸਾਹਿਬ ਤੋਂ ਪੁੱਛੀ ਤੇ ਇੱਕ ਸਿੰਗਲ ਲਾਈਨ ਆਈਡੀਆ ਦਿੰਦੇ ਨੇ, ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ, ਜਿਤ ਪੈਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ। ਬਸ ਉਹ ਖੁਰਾਕ ਛੱਡ ਦਿੱਤੀ ਜਾਏ ਜਿਹਦੇ ਨਾਲ ਮਨ ਵਿੱਚ ਰੋਗ ਪੈਦਾ ਹੁੰਦਾ ਹੈ, ਤਨ ਵਿੱਚ ਰੋਗ ਪੈਦਾ ਹੁੰਦਾ ਹੈ। ਉਹ ਲਿਬਾਸ ਜਿਹੜਾ ਔਖੇ ਹੋ ਕੇ ਪਾਈਏ, ਜਿਹਦੇ ਕਰਕੇ ਮਨ ਤੇ ਤਨ ਵਿੱਚ ਰੋਗ ਪੈਦਾ ਹੋਵੇ, ਤਨ ਔਖਾ ਹੋਵੇ, ਮਨ ਰੋਗੀ ਹੋਵੇ, ਉਹ ਲਿਬਾਸ, ਉਹ ਖੁਰਾਕ ਛੱਡ ਦੇਣੀ ਚਾਹੀਦੀ ਹੈ। ਸਤਿਗੁਰ ਤਾਂ ਇੱਥੋਂ ਤੱਕ ਕਹਿੰਦੇ ਨੇ, ਉਹ ਨੀਂਦ ਅਤੇ ਉਹ ਜਾਗਣਾ ਦੋਨੋਂ ਹੀ, ਭਾਵੇਂ ਕੋਈ ਨੀਂਦ ਦੀ ਗੱਲ ਕਰਦਾ ਹੈ ਤੇ ਭਾਵੇਂ ਕੋਈ ਜਾਗਣ ਦੀ ਗੱਲ ਕਰਦਾ ਹੈ, ਜੇ ਸੌਣ ਦੇ ਨਾਲ ਮਨ ਵਿਕਾਰੀ ਹੁੰਦਾ ਹੈ, ਤਨ ਵਿੱਚ ਰੋਗ ਪੈਦਾ ਹੁੰਦਾ ਤੇ ਸੌਣਾ ਘਟਾ ਦੇ। ਜੇ ਜਾਗਣ ਦੇ ਨਾਲ ਤੇਰਾ ਤਨ ਵਿਕਾਰੀ ਤੇ ਮਨ ਵਿਕਾਰੀ ਹੁੰਦਾ ਤੇ ਜਾਗਣਾ ਘਟਾ ਦੇ। ਜਿਸ ਨੂੰ ਅਲਪ ਆਹਾਰ ਸੁਲਪ ਸੀ ਨਿਦਰਾ ਕਿਹਾ ਜਾ ਸਕਦਾ ਹੈ। ਇਸ ਕਰਕੇ ਅਸੀਂ ਇੱਥੇ ਸਰੀਰਾਂ ਦੀ ਵਿਆਖਿਆ ਨਹੀਂ ਕਰਦੇ, ਇੱਥੇ ਵਿਆਖਿਆ ਸੰਪੂਰਨ ਚੱਲਦੀ ਹੈ ਸਾਡੇ ਮਨ ਦੀ। ਇੱਥੇ ਬੈਠ ਕੇ ਅਸੀਂ ਜਦੋਂ ਵੀ ਗੁਰਬਾਣੀ ਪੜ੍ਹਦੇ ਸੁਣਦੇ ਵਿਚਾਰਦੇ ਹਾਂ ਤੇ ਸਾਨੂੰ ਸਭ ਤੋਂ ਵੱਧ ਇੱਕ ਬਚਨ ਮਿਲਦਾ ਹੈ, ਕਹੋ ਨਾਨਕ ਸੁਨ ਰੇ ਮਨਾ। ਇੱਥੇ ਬੈਠ ਕੇ ਅਗਰ ਕੋਈ ਗੱਲ ਪੜ੍ਹੀ ਸੁਣੀ ਜਾਂਦੀ ਹੈ ਤੇ ਸਾਡੇ ਮਨ ਦੀ ਹੈ, ਇੱਥੇ ਬਦਲਣਾ ਵੀ ਸਾਡੇ ਮਨ ਨੇ। ਤੇ ਅੱਜ ਜੋ ਸਾਨੂੰ ਪ੍ਰਾਪਤ ਹੋਇਆ, ਇਸ ਸਥਾਨ ਤੋਂ ਸਤਿਗੁਰ ਨੇ ਸਾਨੂੰ, ਜਿਹੜੇ ਜੀ ਇੱਥੇ ਜੁੜੇ ਨੇ, ਨਿਤਾ ਪ੍ਰਤੀ ਆਉਂਦੇ ਨੇ, ਉਹਨਾਂ ਨੂੰ ਪਾਤਸ਼ਾਹ ਨੇ ਕਿਹਾ ਵੀ ਕਿਵੇਂ ਮੰਨਿਆ, ਕਿਵੇਂ ਗੁਰੂ ਕੋਲ ਆਉਣਾ ਹੈ। ਕਹਿਣ ਲੱਗੇ ਇੱਥੇ ਆ ਤੇ ਗਏ ਹੋ, ਤਨ ਕਰਕੇ ਆ ਗਏ ਹੋ, ਪਰ ਦੇਖ ਲੈਣਾ ਸਭ ਤੋਂ ਬਲਵਾਨ ਜੀ ਨੇ ਜਿਸ ਤਰ੍ਹਾਂ ਆਪਾ ਆਪਣੇ ਮਾਲਕ ਨੂੰ ਸੌਂਪ ਦਿੱਤਾ ਹੈ, ਤੁਸੀਂ ਵੀ ਆਪਣਾ ਆਪਾ ਆਪਣੇ ਮਾਲਕ ਨੂੰ ਇਸੇ ਤਰ੍ਹਾਂ ਸੌਂਪ ਦਿਓ। ਬਚਨ ਅੰਮ੍ਰਿਤ ਵੇਲੇ ਪਾਤਸ਼ਾਹ ਨੇ ਦਿੱਤਾ ਹੈ ਨਾ, ਹਸਤੀ ਸਿਰ ਜਿਉਂ ਅੰਕਸ਼ ਹੈ, ਅਹਰਣ ਜਿਉਂ ਸਿਰ ਦੇ। ਸਾਡੇ ਨਜ਼ਰ ਵਿੱਚ, ਸਾਡੇ ਸਮਾਜਿਕ ਦ੍ਰਿਸ਼ਟੀਕੋਣ ਵਿੱਚ ਹਾਥੀ ਬਹੁਤ ਬਲਵਾਨ ਜੀ ਹੈ, ਮੰਨਦੇ ਵੀ ਹੈ, ਜਾਣਦੇ ਵੀ ਹੈ, ਪਰ ਇਤਨਾ ਬਲਵਾਨ ਹੋ ਕੇ ਵੀ ਉਹ ਆਪਣੇ ਇੱਕ ਕਮਜ਼ੋਰ ਜਿਹੇ ਮਹਾਵਤ ਨੂੰ ਆਪਾ ਸੌਂਪ ਦਿੰਦਾ ਹੈ। ਹੁਣ ਤਨ ਕਰਕੇ ਮਹਾਵਤ ਦਾ ਤੇ ਹਾਥੀ ਦਾ ਕੋਈ ਮੁਕਾਬਲਾ ਨਹੀਂ ਹੈ, ਮਨ ਕਰਕੇ ਹੈ। ਤਨ ਕਰਕੇ ਮਹਾਵਤ ਜਿੱਤ ਨਹੀਂ ਸਕਦਾ। 100 ਮਹਾਵਤ ਇਕੱਠਾ ਹੋ ਕੇ ਵੀ ਇੱਕ ਹਾਥੀ ਨੂੰ ਤਨ ਕਰਕੇ ਖਿੱਚੇਗਾ ਤੇ ਨਹੀਂ ਜਿੱਤ ਸਕਦਾ, ਪਰ ਇੱਕ ਮਹਾਵਤ 100 ਹਾਥੀ ਨੂੰ ਕੰਟਰੋਲ ਕਰ ਸਕਦਾ ਹੈ। ਬਸ ਫਰਕ ਕੀ ਹੈ, ਹਾਥੀ ਨੇ ਆਪਣਾ ਮਨ, ਆਪਾ ਵਿਚਾਰ ਆਪਾ ਸਮਰਪਿਤ ਕਰ ਦਿੱਤਾ ਹੈ। ਠੀਕ ਇਸੇ ਤਰ੍ਹਾਂ ਕਿਤੇ ਅਸੀਂ ਵੀ ਆਪਣੇ ਇਸ ਮਨ ਨੂੰ ਆਪਣੇ ਸਤਿਗੁਰ ਨੂੰ ਸਮਰਪਿਤ ਕਰ ਦਈਏ। ਤੇ ਜਦੋਂ ਸਾਡਾ ਮਨ ਸਤਿਗੁਰੂ ਨੂੰ ਸਮਰਪਿਤ ਹੋ ਜਾਏਗਾ, ਫਿਰ ਸਤਿਗੁਰੂ ਕੀ ਬਖਸ਼ਿਸ਼ ਕਰਨਗੇ। ਇੱਕ ਤੇ ਪਹਿਲਾ ਸਟੈਪ ਨਾ, ਆਪਾ ਮਨ ਸਤਿਗੁਰੂ ਨੂੰ ਸਮਰਪਿਤ ਕਰ ਦਈਏ। ਜਦੋਂ ਸਾਡੇ ਚੋਂ ਜੀ
ਆਪਣਾ ਆਪਾ ਸਤਿਗੁਰੂ ਨੂੰ ਸਮਰਪਿਤ ਕਰ ਦੇਵੇਗਾ, ਫਿਰ ਉਹਨੂੰ ਸਤਿਗੁਰੂ ਕੀ ਬਖਸ਼ਿਸ਼ ਦੇਣਗੇ। ਤੇ ਫਿਰ ਆਪਨੇ ਪੜ੍ਹਿਆ ਹੋਣਾ, ਸਤਿਗੁਰੂ ਦਾ ਹੁਕਮ ਸੁਣਿਆ ਹੋਣਾ। ਸਾਡਾ ਕੇਂਦਰ, ਸਾਡਾ ਧੁਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ। ਅਰਦਾਸ ਵਿੱਚ ਹਰ ਰੋਜ਼ ਸਿੱਖ ਕਹਿੰਦੇ ਦਰਬਾਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਤੇ ਅੱਜ ਜਦੋਂ ਕੋਈ ਜੀ ਆਪਾ ਆਪਣੇ ਗੁਰੂ ਨੂੰ ਸਮਰਪਿਤ ਕਰ ਦੇਵੇਗਾ ਤੇ ਫਿਰ ਗੁਰੂ ਕੀ ਕਰਨਗੇ? ਸਤਿਗੁਰ ਸ਼ਬਦ ਉਜ਼ਾਰੋ ਦੀਪਾ। ਫਿਰ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਉਸੇ ਆਪੇ ਦੇ ਵਿੱਚ ਜੋ ਆਪਾ ਉਸਨੇ ਆਪਣੇ ਸਤਿਗੁਰੂ ਨੂੰ ਦੇ ਦਿੱਤਾ ਹੈ, ਸਤਿਗੁਰੂ ਉਹਦੇ ਵਿੱਚ ਸ਼ਬਦ ਦਾ ਪ੍ਰਕਾਸ਼ ਕਰ ਦੇਣਗੇ। ਸਤਿਗੁਰ ਸ਼ਬਦ ਉਜ਼ਾਰੋ ਦੀਪਾ, ਅੰਧਕਾਰ ਬਿਨਸਿਓ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਕਿਤੇ ਜੁੜ ਕੇ ਤੇ ਦੇਖਣਾ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਸ਼ਬਦ ਦੀ ਜੋ ਚੇਨ ਹੈ ਨਾ, ਸਾਨੂੰ ਬਾਹਰੋਂ ਕਈ ਵਾਰ ਲੱਗਦਾ ਹੈ ਕਿ ਇੱਥੇ ਹੁਕਮਨਾਮਾ ਸਾਨੂੰ ਹੋਰ ਹੈ, ਉੱਥੇ ਹੋਰ ਹੈ, ਪਰ ਅੰਦਰ ਆ ਕੇ ਦੇਖਾਂਗੇ ਨਹੀਂ, ਗੁਰੂ ਤਾਂ ਇੱਕੋ ਹੀ ਹੈ ਨਾ, ਇੱਕਾ ਬਾਣੀ ਹੈ ਨਾ, ਇੱਕਾ ਹੀ ਗੁਰੂ ਹੈ ਨਾ, ਤੇ ਸ਼ਬਦ ਵੀ ਇੱਕ ਹੈ ਤੇ ਵਿਚਾਰ ਵੀ ਉਹਦਾ ਇੱਕ ਹੈ। ਪਾਣੀ ਅਸੀਂ ਕਿਤੋਂ ਪੀਵਾਂਗੇ ਤੇ ਪਿਆਸ ਬੁਝਾਏਗਾ ਨਾ, ਤਾਂ ਇਸੇ ਤਰ੍ਹਾਂ ਬਾਣੀ ਕਿਤੋਂ ਹੀ ਪੜਾਂਗੇ, ਅੰਦਰ ਦੀ ਪਿਆਸ ਨੂੰ ਬੁਝਾਏਗੀ। ਜਦੋਂ ਅਸੀਂ ਇਸ ਸਟੈਪ ਨੂੰ ਸਵੀਕਾਰ ਕਰ ਲੈਂਦੇ ਹਾਂ, ਗੁਰੂ ਕਿਰਪਾ ਕਰਨ ਕਿ ਅਸੀਂ ਕਰ ਸਕੀਏ। ਇੱਥੇ ਬੈਠੀ ਇਸ ਕਰਕੇ ਆ, ਇੱਥੇ ਅਸੀਂ ਕੋਈ ਕਰਮ ਕਾਂਡ ਕਰਨ ਨਹੀਂ ਆਏ ਵੀ ਹਾਂ ਜੀ ਇੰਨੇ ਫੁੱਲ ਰੱਖਣੇ ਨੇ, ਇੰਨੇ ਦੀਪਕ ਜਗਾਣੇ ਨੇ, ਇੰਨੀਆਂ ਪਰਿਕਰਮਾ ਕਰਨੀਆਂ। ਅਸੀਂ ਇਹਦੇ ਵਾਸਤੇ ਇੱਥੇ ਨਹੀਂ ਜੁੜਦੇ। ਦੇਖਣ ਨੂੰ ਸਾਡਾ ਇਸ ਬਾਹਰਲਾ ਪੱਖ ਅਨਵਤਾਂ ਦੇ ਨਾਲ ਜੁੜਦਾ ਮਿਲਦਾ ਲੱਗਦਾ ਹੈ, ਪਰ ਅੰਦਰੂਨੀ ਬਹੁਤ ਫਰਕ ਹੈ। ਬਾਹਰਲੇ ਥਾਵਾਂ ਤੇ ਕਿਰਿਆਵਾਂ ਕਰਾਈਆਂ ਜਾਂਦੀਆਂ ਹੋਣਗੀਆਂ, ਪਰ ਗੁਰੂ ਨਾਨਕ ਜੀ ਸਾਨੂੰ ਕਦੇ ਕਿਰਿਆ ਕਰਨ ਲਈ ਨਹੀਂ ਕਹਿੰਦੇ। ਇੱਥੇ ਆ ਕੇ ਜੇ ਕਿਤੇ ਅਸੀਂ ਦੇਖਣਾ ਹੋਵੇ, ਜਿਹਨੂੰ ਆ ਫਲਸਫੇ ਵਿਚਾਰਨ ਦੀ ਗੱਲ ਜਿੱਥੇ ਇੱਥੇ ਚੱਲਦੀ ਹੈ, ਲੋਕ ਇੱਕ ਦੂਜੇ ਨਾਲ ਕੰਪੈਰੀਜ਼ਨ ਕਰਨ ਲੱਗ ਪੈਂਦੇ ਨੇ। ਤੇ ਦੇਖਣਾ ਕਿਤੇ ਹੋਰ ਟਿਕਾਣੇ ਜਾ ਕੇ ਦੇਖਣਾ, ਉੱਥੇ ਤੁਹਾਨੂੰ ਕਹਿਣਗੇ ਇਸ ਰੰਗ ਦੇ ਫੁੱਲ ਲੈ ਕੇ ਆਓ, ਇਸ ਰੰਗ ਦੇ ਇੰਨੇ ਰੰਗਾਂ ਦੇ ਧਾਗੇ ਲੈ ਕੇ ਆਓ, ਅੱਜ ਇਸ ਰੰਗ ਦੀ ਮਠਿਆਈ ਲੈ ਕੇ ਆਇਓ, ਇਸ ਪ੍ਰਕਾਰ ਦੀਪਕ ਜਲਾਇਓ, ਇੱਥੇ ਨੈਵੇਦ ਧੂਪ ਦੀਪ ਅਕਸ਼ਤ ਰੋਲੀ ਆਦਿਕ ਤੇਰੀ ਥਾਲੀ ਵਿੱਚ ਸਜੀ ਹੋਏਗੀ ਤਾਂ ਪੂਜਾ ਕਰ ਪਾਏਗਾ, ਇਸ ਤੋਂ ਬਿਨਾਂ ਨਹੀਂ ਕਰ ਪਾਏਗਾ। ਤੇ ਜੇ ਥਾਲੀ 'ਚ ਫੁੱਲ ਨਹੀਂ ਗਏ, ਕਿਸੇ ਕਾਰਨ ਦੀਵਾ ਨਹੀਂ ਗਾ, ਤੇ ਮੋੜ ਦੇਗਾ, ਕਹੇਗਾ ਨਹੀਂ ਸਮਾਨ ਲੈ ਕੇ ਆ। ਫਿਰ ਇਹਨੂੰ ਇਸ ਤਰ੍ਹਾਂ ਇੰਨੀ ਵਾਰ ਘੁਮਾ, ਇੰਨੀ ਵਾਰੀ ਤੇ ਮੱਥਾ ਟੇਕ, ਤਦ ਤੇਰੀ ਪੂਜਾ ਮੰਨੀ ਜਾਏਗੀ। ਇਹਦੇ ਵਾਸਤੇ ਤੈਨੂੰ ਆ ਤਮਾਮ ਕਿਰਿਆ ਕਰਮ ਕਰਨੇ ਪੈਣਗੇ। ਕਿਸੇ ਦੂਜੇ ਪਾਸੇ ਜਾਵਾਂਗੇ, ਉਥੋਂ ਦਾ ਦਾਨਾ ਕਹੇਗਾ ਭਾਈ ਜੇ ਤੂੰ ਖੁਸ਼ ਕਰਨਾ ਹੈ ਆਪਣੇ ਮਾਲਕ ਨੂੰ ਤੇ ਘੱਟੋ ਘੱਟ ਇੰਨੀ ਵਾਰ ਮੱਥਾ ਜ਼ਮੀਨ ਤੇ ਟਿਕਾ। ਆ ਵੇਖਿਆ ਹੋਣਾ ਨਾ, ਜਦੋਂ ਨਮਾਜ਼ ਪੜ੍ਹਦੇ ਨੇ ਇੱਕ ਵਿਸ਼ੇਸ਼ ਕਿਰਿਆ ਕਰਵਾਈ ਜਾਂਦੀ ਹੈ, ਇੰਨੀ ਵਾਰ ਮੱਥਾ ਟੇਕਣਾ ਪੈਣਾ ਹੈ, ਇੰਨੀ ਵਾਰ ਕੰਨਾਂ ਨੂੰ ਹੱਥ ਲਾਉਣਾ ਪੈਣਾ ਹੈ, ਇੰਨੀ ਵਾਰ ਪਿੱਠ ਤੇ ਹੱਥ ਰੱਖਣਾ ਪੈਣਾ ਹੈ, ਇੰਨੀ ਵਾਰ ਉੱਠ ਕੇ ਖਲੋਣਾ ਪੈਣਾ ਹੈ, ਇਸ ਦਿਸ਼ਾ ਨੂੰ ਹੀ ਕਰਨਾ ਪੈਣਾ, ਤਦ ਹੀ ਪ੍ਰਵਾਨਗੀ, ਨਹੀਂ ਤੇ ਨਹੀਂ ਪ੍ਰਵਾਨਗੀ। ਮੁਬਾਰਕ ਆ ਉਹਨਾਂ ਨੂੰ। ਹੁਣ ਗੁਰੂ ਨਾਨਕ ਸਾਹਿਬ ਦੇ ਕੋਲ ਆ ਜਾਈਏ। ਗੁਰੂ ਨਾਨਕ ਜੀ ਕਦੇ ਕਹਿੰਦੇ ਭਾਈ ਤੇਰੇ ਕੋਲ ਇਸ ਰੰਗ ਦੇ ਫੁੱਲ ਹੋਣ ਤਾਂ ਆਵੀਂ, ਕਦੇ ਕਹਿੰਦੇ ਭਾਈ ਇੰਨੀ ਭੇਟਾ ਲੈ ਕੇ ਆਵੀਂ, ਇਸ ਪ੍ਰਕਾਰ ਦੇ ਰੁਮਾਲੇ ਲੈ ਕੇ ਆਵੀਂ, ਇਸ ਪ੍ਰਕਾਰ ਦੀ ਕੋਈ ਕਿਰਿਆ ਕਰੀ, ਨਹੀਂ ਕਹਿੰਦੇ। ਆ ਗਏ ਨਾ, ਆ ਜਾ ਬਾਬਾ, ਕੀ ਕਰਾਂ? ਕੁਛ ਨਹੀਂ ਕਰਨਾ। ਹੁਣ ਤੂੰ ਕੁਛ ਨਹੀਂ ਕਰਨਾ। ਅਸਾਂ ਨੇ ਸੰਗਤ ਵਿੱਚ ਆਉਣਾ ਹੁੰਦਾ ਹੈ, ਕੁਛ ਕਰਨਾ ਨਹੀਂ। ਇੱਥੇ ਬੈਠ ਕੇ ਅਸੀਂ ਫਿਲਾਸਫੀ ਚ ਪੜ੍ਹਦੇ ਹਾਂ, ਅਕਸਰ ਸਾਨੂੰ ਕਿਹਾ ਜਾਂਦਾ ਫਿਲਾਸਫੀ ਦੇ ਵਿੱਚ, ਸਤ ਸੰਗਤ ਵਿੱਚ ਆ ਗਏ ਹੋ ਨਾ ਤੇ ਫਿਰ ਇੱਕ ਕੰਮ ਕਰਿਓ। ਤੇ ਜੇ ਪੁੱਛੀ ਕੀ ਕੰਮ ਕਰੀਏ, ਹੁਣ ਕੁਛ ਨਾ ਕਰਿਓ, ਬਸ ਬਹਿ ਜਾਇਓ। ਆਏ ਹੋ ਮੱਥਾ ਟੇਕ ਲਓ। ਜੇ ਸਰੀਰ ਝੁਕਦਾ ਹੈ ਤੇ ਜ਼ਰੂਰ ਝੁਕ ਕੇ ਮੱਥਾ ਟੇਕੋ। ਕਿਸੇ ਦਾ ਸਰੀਰ ਨਹੀਂ ਝੁਕਦਾ, ਕੋਈ ਗੱਲ ਨਹੀਂ। ਕਮਰ ਨਹੀਂ ਝੁਕਦੀ, ਕੋਈ ਗੱਲ ਨਹੀਂ। ਗੋਡੇ ਨਹੀਂ ਸਾਥ ਦਿੰਦੇ, ਕੋਈ ਗੱਲ ਨਹੀਂ। ਆ ਗਏ ਨਾ, ਬਹੁਤ ਹੈ, ਆ ਜਾ। ਫਿਰ ਮਹਾਰਾਜ ਕੀ ਕਰਾਂ? ਇੱਥੇ ਆ ਕੇ ਬਹਿ ਜਾ, ਬਸ ਹੁਣ ਤੂੰ ਬਹਿ ਜਾ। ਬਹਿ ਕੇ ਆਪਾ ਛੱਡ ਦੇ। ਇਸੇ ਕਰਕੇ ਸੰਗਤ ਵਿੱਚ ਤਾਂ ਗੱਲ ਕਰਨ ਤੋਂ ਹੀ ਮਨਾ ਕਰ ਦਿੰਦੇ ਨੇ, ਬਾਕੀ ਕੰਮ ਤੇ ਬੜੀ ਦੂਰ ਦੀ ਗੱਲ ਹੈ। ਜਿਨ੍ਹਾਂ ਦੀਆਂ ਮੁਸਤਕਲ ਡਿਊਟੀਆਂ ਨੇ,
ਜ਼ਿੰਮੇਦਾਰੀਆਂ ਨੇ ਉਹ ਆਪਣਾ ਆਪਣਾ ਕੰਮ ਬਾਖੂਬੀ ਕਰਨ। ਜਿਹਨੂੰ ਅਸੀਂ ਸੇਵਾਦਾਰ ਸ਼ਬਦ ਵਰਤੇ ਹੈ, ਉਹਦੇ ਤੇ ਇੰਤਜ਼ਾਮ ਦੀ ਡਿਊਟੀ ਹੈ ਨਾ, ਭਾਈ ਤੂੰ ਇੱਥੇ ਨਾ ਬੈਠ, ਇੱਧਰ ਜਾ ਤੇ ਇੱਧਰ ਬੈਠ, ਉਹਦੇ ਤੇ ਪ੍ਰਬੰਧ ਦੀ ਡਿਊਟੀ ਹੈ, ਉਹਨੇ ਤੇ ਕੁਝ ਕਰਨਾ ਹੈ। ਪਰ ਅਸੀਂ ਤੁਸਾਂ ਜਿਹਨੇ ਸੰਗਤ ਦੇ ਰੂਪ ਚ ਆਉਣਾ, ਅਸਾਂ ਕੁਛ ਨਹੀਂ ਕਰਨਾ, ਬਸ ਬਹਿਣਾ ਹੈ ਤੇ ਬਹਿ ਕੇ ਆਪਣੇ ਆਪ ਨੂੰ, ਸ਼ਬਦ ਅੰਗਰੇਜ਼ੀ ਵਿੱਚ ਨਿਊਟਰਲ, ਆਪਣੇ ਆਪ ਨੂੰ ਨਿਊਟਰਲ ਕਰ ਦੇਣਾ। ਪਾਵਨ ਬਾਣੀ ਪੜ੍ਹਦੇ ਹੋ ਪੜ੍ਹਿਆ ਹੋਏਗਾ, ਮਨ ਹੋਏ ਨਿਚਿੰਦ, ਨਿਸਲ ਹੋਏ ਰਹੀਏ, ਨਿਚਿੰਤ ਹੋ ਜਾ, ਨਿਸਲ ਹੋ ਜਾ, ਫਿਰ ਕੀ ਮਿਲੇਗਾ? ਫਿਰ ਜੋ ਗੁਰੂ ਕੋਲ ਹੈ ਤੈਨੂੰ ਮਿਲਣਾ ਸ਼ੁਰੂ ਹੋ ਜਾਏਗਾ। ਜਿਵੇਂ ਬਲਦੀ ਅੱਗ ਦੇ ਕੋਲ ਬਹਿ ਗਏ ਤੇ ਕੀ ਮਿਲੇਗਾ? ਅੱਗ ਤੋਂ ਨਿੱਘ ਮਿਲੇਗਾ, ਅੱਗ ਤੋਂ ਰੋਸ਼ਨੀ ਮਿਲੇਗੀ। ਪਹਾੜ ਤੇ ਚਲੇ ਗਏ ਤੇ ਕੀ ਮਿਲੇਗਾ? ਠੰਡਕ ਮਿਲੇਗੀ, ਜੋ ਉੱਥੋਂ ਦੀ ਸ਼ਾਂਤੀ ਹੈ ਮਿਲੇਗੀ। ਗੁਰੂ ਕੋਲ ਆ ਗਏ ਤੇ ਗੁਰੂ ਕੋਲੋਂ ਕੀ ਮਿਲੇਗਾ? ਹੁਣ ਗੁਰੂ ਕੋਲ ਕੀ ਹੈ? ਗੁਰੂ ਕੋਲ ਅੰਮ੍ਰਿਤ ਹੈ, ਗੁਰੂ ਕੋ ਨਾਮ ਹੈ। ਅਸੀਂ ਮੰਨਦੇ ਨਾ, ਨਾਨਕ ਕਹਿ ਘਰ ਕੇਵਲ ਨਾਮ, ਤੇ ਫਿਰ ਇੱਥੇ ਬੈਠੇ ਕੀ ਮਿਲੇਗਾ? ਨਾਮ ਹੀ ਮਿਲੇਗਾ, ਪ੍ਰਸਾਦ ਕਰਕੇ ਮਿਲੇਗਾ। ਜਿਵੇਂ ਮੱਥਾ ਟੇਕਣ ਵਾਲਾ ਹਰ ਇੱਕ ਜੀ ਪ੍ਰਸਾਦ ਪ੍ਰਾਪਤ ਕਰਨਾ ਚਾਹੁੰਦਾ ਹੈ। ਲਾਈਨ ਲੱਗਦੀ ਨਾ ਜਿਵੇਂ ਮੱਥਾ ਟੇਕਣ ਲਈ, ਇਸੇ ਤਰ੍ਹਾਂ ਲਾਈਨ ਲੱਗਦੀ ਪ੍ਰਸਾਦ ਪ੍ਰਾਪਤ ਕਰਨ ਲਈ। ਤੇ ਸੱਚ ਚਰਣਾ ਉਹ ਤਾਂ ਦਿਸਦਾ ਹੋਇਆ ਪ੍ਰਸਾਦ ਹੈ, ਉਹ ਤਾਂ ਸਰੀਰਕ ਤੌਰ ਤੇ ਹੈ, ਪਰ ਇੱਕ ਚੀਜ਼ ਹੋਰ ਇੱਥੇ ਮਿਲਦੀ ਹੈ, ਪ੍ਰਸਾਦ, ਜਿਹਨੂੰ ਆਪਾਂ ਕਹਿੰਦੇ ਆ ਗੁਰ ਪ੍ਰਸਾਦ। ਇੱਥੇ ਹੈ ਗੁਰ ਪ੍ਰਸਾਦ। ਆਪਾਂ ਸਾਰੇ ਗੁਰ ਪ੍ਰਸਾਦ ਪ੍ਰਾਪਤ ਕਰਨ ਲਈ ਆਉਂਦੇ ਆ। ਤੇ ਜਦੋਂ ਤੀਜੇ ਸਟੈਪ ਦੀ ਗੱਲ ਕਰੀਏ, ਹੁਣ ਪਹਿਲਾ ਸਟੈਪ, ਅਸੀਂ ਇੱਧਰ ਨੂੰ ਆਏ, ਇੱਥੋਂ ਇੱਕ ਧੁਨ ਪ੍ਰਗਟ ਹੋਈ, ਉਸ ਧੁਨ ਵਿੱਚੋਂ ਸਾਨੂੰ ਇੱਕ ਸ਼ਬਦ ਮਿਲਿਆ। ਅੱਜ ਜਿਤਨੇ ਜੀ ਇਸ ਸਥਾਨ ਦਾ ਜੁੜੇ ਹੋਏ ਹੋ, ਇੱਥੇ ਆਏ ਹੋ, ਇੱਥੇ ਬੈਠੇ ਹੋ, ਇਸ ਵਿਚਾਰ ਦੇ ਨਾਲ ਜੁੜ ਬੈਠੇ ਆ, ਇੱਕ ਚੇਤਾ ਰੱਖਣਾ, ਅੱਜ ਸਤਿਗੁਰੂ ਨੇ ਕਿਹਾ ਹੈ, ਜਿਸ ਤਰ੍ਹਾਂ ਹਾਥੀ ਨੇ ਆਪਾ ਸਮਰਪਣ ਕਰਤਾ, ਕਿਤੇ ਆਪਣੇ ਗੁਰੂ ਨੂੰ ਇਸ ਤਰ੍ਹਾਂ ਸਮਰਪਣ ਕਰ ਦੇਣਾ। ਹਸਤੀ ਸਿਰ ਜੋ ਅੰਕਸ਼ ਹੈ, ਅਹਰਣ ਜੋ ਸਿਰ ਦੇ। ਜਦੋਂ ਜਿਹੜੇ ਜਿਹੜੇ ਜੀ ਇਸ ਤਰ੍ਹਾਂ ਕਰ ਲੈਣਗੇ, ਫਿਰ ਉਹਨਾਂ ਦੇ ਹਿਰਦੇ ਦੇ ਵਿੱਚ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਹੋਵੇਗਾ। ਸਤਿਗੁਰੂ ਸ਼ਬਦ ਉਜ਼ਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇਹ ਅੱਜ ਬਖਸ਼ਿਸ਼ ਸਾਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਮਿਲ ਗਈ। ਜਿਹੜੇ ਇਸ ਨੂੰ ਪ੍ਰਾਪਤ ਕਰਦੇ ਨੇ, ਫਿਰ ਅਗਲਾ ਤੀਸਰਾ ਸਟੈਪ ਸਾਡਾ ਹੁੰਦਾ ਹੈ, ਜਿਹਨੂੰ ਅਸੀਂ ਹੁਣੇ ਪਾਠ ਦੇ ਰੂਪ ਵਿੱਚ ਸਰਵਣ ਕੀਤਾ, ਜਿਸ ਵਿਚਾਰ 'ਚ ਆਪਾਂ ਹੁਣ ਬੈਠੇ ਆ। ਗੁਰੂ ਪਾਤਸ਼ਾਹ ਸਾਹਿਬ ਜੀ ਵੱਲੋਂ ਤੇ ਇਹ ਪ੍ਰਸਾਦ ਦੇ ਰੂਪ 'ਚ ਮਿਲਿਆ। ਹੁਣ ਸਾਡੇ 'ਚ ਕੀ ਬਦਲਾਵ ਆਉਣਾ? ਕੀ ਜਿਸ ਨੇ ਆਪਣੇ ਗੁਰੂ ਕੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲਿਆ, ਕੀ ਉਹਦਾ ਮਨ ਜਾਂ ਤਨ ਕੀ ਬਦਲਾਵ ਹੋਏਗਾ? ਉਹਦੇ ਤਨ 'ਚ ਕੋਈ ਬਦਲਾਵ ਨਹੀਂ ਆਉਣਾ, ਸਰੀਰ ਉਸੇ ਤਰ੍ਹਾਂ ਦਾ ਹੀ ਰਹਿਣਾ ਹੈ। ਜਿਸ ਤਰ੍ਹਾਂ ਦਾ ਬਾਲਕ ਬਿਰਧ ਹੈ, ਉਸੇ ਤਰ੍ਹਾਂ ਦਾ ਹੀ ਰਹਿਣਾ ਹੈ। ਉਹਦਾ ਚਿਹਰਾ ਮੋਹਰਾ ਨਹੀਂ ਬਦਲਣਾ, ਫਿਰ ਉਹਦੇ ਅੰਦਰ ਤਬਦੀਲੀ ਆ ਜਾਣੀ। ਹੁਣ ਅੰਦਰ ਦੀ ਤਬਦੀਲੀ ਨੂੰ ਅਸੀਂ ਕਿਵੇਂ ਮਹਿਸੂਸ ਕਰਨਾ ਹੈ? ਇਹ ਠੀਕ ਹੈ ਕਿ ਅਸੀਂ ਇਸ ਵਿਦਿਆ ਨੂੰ ਘੱਟ ਜਾਣਦੇ ਹਾਂ, ਪਰ ਫਿਰ ਵੀ ਆਪਣੇ ਬਾਰੇ ਤੇ ਕੁਝ ਮੰਨਦੇ ਆ ਨਾ। ਆਪਣੇ ਬਾਰੇ ਅਕਸਰ ਅਸੀਂ ਗੱਲਾਂ ਕਰਦੇ ਹੁੰਦੇ ਆ। ਜਿਹੜੀ ਗੱਲ ਅੱਜ ਸਤਿਗੁਰੂ ਜੀ ਨੇ ਸੜਨਾ ਕਰਕੇ ਦਿੱਤੀ, ਜਿਹਨੂੰ ਆਪ ਲੜੀਵਾਰ ਵਿਚਾਰ ਕਹਿੰਦੇ ਹੋ, ਮੇਰਾ ਮਨ ਇੱਕ ਹੈ ਹੀ ਪ੍ਰਿਯ ਮੰਗ ਹੈ। ਜਿਨ੍ਹਾਂ ਦਾ ਮਨ ਬਦਲ ਗਿਆ, ਇਹ ਤੀਸਰਾ ਸਟੈਪ ਸਾਨੂੰ ਮਿਲੇਗਾ। ਮਨ ਬਦਲ ਜਾਏਗਾ, ਤਨ ਨਹੀਂ ਬਦਲੇਗਾ। ਇੱਥੇ ਬੈਠਾ ਹੋਇਆ ਸਿੱਖ ਹੁਣ ਕੀ ਮੰਗਦਾ ਹੈ, ਇਹ ਹੁਣ ਅਸੀਂ ਆਪੋ ਆਪਣੀ ਅਵਸਥਾ ਨੂੰ ਦੇਖਦੇ ਹਾਂ। ਠੀਕ ਹੈ, ਅਸੀਂ ਮੰਗਦੇ ਹਾਂ ਧਨ, ਮੰਗਦੇ ਹਾਂ ਸਾਜੋ ਸਮਾਨ, ਮੰਗਦੇ ਹਾਂ ਵਸਤੂਆਂ। ਜਿਨ੍ਹਾਂ ਨੇ ਗੁਰਬਾਣੀ ਦਰਸ਼ਨ ਨੂੰ ਗਹਿਨ ਵਿਚਾਰ 'ਚ ਪਕੜਿਆ, ਸਾਡੀਆਂ ਜੋ ਨਿਤਨੇਮ ਦੀਆਂ ਅਰਦਾਸਾਂ ਨੇ, ਜੋ ਨਿਤਨੇਮ ਦੀਆਂ ਬਾਣੀਆਂ ਨੇ, ਉਸ ਨੂੰ ਕਿਤੇ ਗਹਿਰੇ ਪਕੜ ਕੇ ਪੜ੍ਹ ਕੇ ਦੇਖੀਏ। ਅੰਮ੍ਰਿਤ ਵੇਲੇ ਬਹੁਤੇ ਜੀਆਂ ਨੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੋਵੇਗਾ ਨਾ, ਕਰਿਆ ਕਰੋ। ਪੰਜ ਬਾਣੀਆਂ ਦਾ ਕੀਤਾ ਹੋਵੇਗਾ, ਹੋ ਸਕਦਾ ਕੁਝ ਜੀਆਂ ਨੇ ਸ਼੍ਰੀ ਸੁਖਮਨੀ ਸਾਹਿਬ ਦਾ ਵੀ ਕੀਤਾ ਹੋਵੇ।
ਭਾਗਾਂ ਵਾਲੇ ਨੇ ਆਸਾ ਕੀ ਵਾਰ ਕਾ ਕੀਰਤਨ ਵੀ ਸੁਣਿਆ ਹੋਵੇਗਾ, ਜੋ ਸਾਡੀ ਨਿੱਜੀ ਅਤੇ ਸੰਗਤੀ ਮਰਿਆਦਾਵਾਂ ਮੰਨੀਆਂ ਗਈਆਂ ਨੇ। ਇਹਦੇ ਵਿੱਚ ਹੁਣ ਇਹਨਾਂ ਬਾਣੀਆਂ ਦੇ ਵਿਚਾਰ ਨੂੰ, ਹਾਲਾਂਕਿ ਬਹੁਤ ਥਾਵਾਂ ਤੇ ਲਗਾਤਾਰ ਇਹਨਾਂ ਦੀ ਬਾਰੰਬਾਰ ਕਥਾਵਾਂ ਹੋ ਚੁੱਕੀਆਂ ਨੇ, ਆਖਰੀ ਅਰਥ ਵੀ ਅਸੀਂ ਕਰ ਚੁੱਕੇ, ਪੜ੍ਹ ਚੁੱਕੇ, ਸੁਣ ਚੁੱਕੇ। ਇਹਨਾਂ ਦੇ ਵਿੱਚ ਕਿਤੇ ਵੀ ਸੰਸਾਰ ਦੇ ਪਦਾਰਥਾਂ ਦੀ ਮੰਗ ਨਹੀਂ ਕੀਤੀ ਗਈ। ਸ਼੍ਰੀ ਜਪਜੀ ਸਾਹਿਬ 'ਚ ਨਹੀਂ ਕੀਤੀ ਗਈ, ਜਾਪ ਸਾਹਿਬ 'ਚ ਵੀ ਨਹੀਂ ਕੀਤੀ ਗਈ, ਸੋਈਏ ਚੌਪਈ ਆਨੰਦ ਸਾਹਿਬ ਦੇ ਵਿੱਚ ਵੀ ਪਦਾਰਥ ਨਹੀਂ ਮੰਗੇ ਕਿ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਦੱਸਿਆ ਗਿਆ ਹੈ ਵੀ ਤੈਨੂੰ ਆ ਕੁਝ ਮਿਲ ਜਾਂਦਾ ਹੈ। ਆਸਾ ਕੀ ਵਾਰ ਸਮਾਜ ਦੀਆਂ ਬੁਰਾਈਆਂ ਅਤੇ ਸਮਾਜਿਕ ਸੇਧ ਅਤੇ ਪਾਖੰਡ ਨੂੰ ਤਿਆਗਣ ਦੀ ਗੱਲ ਕੀਤੀ ਜਾਂਦੀ ਹੈ। ਬਸ ਇੱਕ ਗੱਲ ਕੀਤੀ ਜਾਂਦੀ, ਇੱਥੇ ਕਰਕੇ ਇੱਥੇ ਆ ਕੇ ਬੈਠ ਜਾਂਦੇ ਆ ਕਿਉਂਕਿ ਇੱਥੇ ਗੁਰੂ ਮੇਰੇ ਬਦਲ ਦਿੰਦੇ ਨੇ। ਪਰ ਜਦੋਂ ਅਸੀਂ ਸ਼ਾਮ ਨੂੰ ਬੈਠਦੇ ਹਾਂ, ਸਵੇਰੇ ਅਸੀਂ ਕੇਵਲ ਤੇ ਕੇਵਲ ਅਧਿਆਤਮਵਾਦ, ਜਿਵੇਂ ਕਿ ਸ਼ਬਦ ਫਿਲਾਸਫੀ 'ਚ ਅਧਿਆਤਮਵਾਦ, ਸਵੇਰੇ ਅਸੀਂ ਅਧਿਆਤਮਵਾਦ ਦੀ ਗੱਲ ਕਰਦੇ ਹਾਂ, ਅਧਿਆਤਮਵਾਦ ਤੇ ਟਿੱਕੇ ਪਰਮਾਰਥ ਵਿੱਚ ਜੁੜਨਾ ਚਾਹੁੰਦੇ ਹਾਂ। ਪਰ ਸ਼ਾਮ ਦੇ ਵੇਲੇ ਅਸੀਂ ਅਧਿਆਤਮਵਾਦ ਦੀ ਗੱਲ ਤੇ ਕਰਦੇ ਹਾਂ, ਪਰ ਅਸੀਂ ਪਰਿਵਾਰ ਦੀ ਗੱਲ ਕਰ ਰਹੇ ਹੁੰਦੇ ਹਾਂ। ਜਦੋਂ ਸੋਦਰ ਦਾ ਪਾਠ ਕਰਨ ਤੋਂ ਬਾਅਦ ਵਿੱਚ ਆਰਤੀ ਦਾ ਕੀਰਤਨ ਦਰਬਾਰ ਵਿੱਚ ਹੁੰਦਾ ਹੈ, ਤੇ ਫਿਰ ਹਰ ਸਿੱਖ ਖੁੱਲੇ ਤੌਰ ਤੇ ਕਹਿ ਰਿਹਾ ਹੁੰਦਾ ਨਾ, ਮਹਾਰਾਜ 2 ਸੇਰ ਮੰਗੋ ਚੂਨਾ, ਪਾਓ ਘਿਓ ਸੰਗ ਲੂਣਾ, ਮੈਨੂੰ 2 ਸੇਰ ਆਟਾ ਚਾਹੀਦਾ, ਦਾਲ ਚਾਹੀਦੀ ਹੈ, ਬਸ ਮੰਜਾ ਬਿਸਤਰਾ ਘਰ ਪਰਿਵਾਰ ਦੀ ਪੂਰੀ ਇੱਕ ਲੰਬੀ ਲਿਸਟ ਅਸੀਂ ਸਤਿਗੁਰ ਦੇ ਅੱਗੇ ਰੱਖ ਦਿੰਦੇ ਹਾਂ। ਕਿਉਂਕਿ ਸ਼ਾਮ ਨੂੰ ਸਾਡੇ ਮਨ 'ਚ ਤੌਖਲਾ ਹੁੰਦਾ ਹੈ ਕਿ ਪਤਾ ਨਹੀਂ ਦਿਨ ਭਰ ਦੀ ਮੇਰੀ ਕੀਤੀ ਮਿਹਨਤ ਤੇ ਕਮਾਈ ਦੇ ਨਾਲ ਮੇਰੇ ਖਰਚੇ ਪੂਰੇ ਹੋਣਗੇ ਕਿ ਨਹੀਂ। ਇੱਕ ਤੌਖਲਾ ਹੁੰਦਾ ਹੈ ਇੱਕ ਮਨੁੱਖੀ ਮਨ ਦੇ ਵਿੱਚ। ਇਸ ਕਰਕੇ ਸ਼ਾਮ ਨੂੰ ਆਪਣੀ ਜ਼ਰੂਰਤਾਂ ਦੀ ਲਿਸਟ ਸਤਿਗੁਰ ਦੇ ਅੱਗੇ ਰੱਖ ਦਿੱਤੀ ਜਾਂਦੀ ਹੈ। ਮਹਾਰਾਜ ਅੱਜ ਇੰਨੀ ਜ਼ਰੂਰਤਾਂ ਨੇ ਮੇਰੀਆਂ, ਫਿਰ ਉੱਥੇ ਗੱਲ ਕਹਿੰਦੇ ਆ, ਮੈਂ ਨਾ ਹੀ ਕੀਤਾ ਲੱਭੋ, ਮੈਂ ਲਾਲਚ ਨਹੀਂ ਕਰ ਰਿਹਾ, ਇਹ ਮੇਰੀ ਜ਼ਰੂਰਤ ਹੈ। 2 ਵਕਤ ਦਾ ਆਟਾ, 2 ਸੇਰ ਆਟਾ ਮੇਰੀ ਜ਼ਰੂਰਤ ਹੈ, ਪਰ ਇਹ ਮਹਾਰਾਜ ਮੈਂ ਲਾਲਚ ਨਹੀਂ ਕਰਦਾ। ਫਿਰ ਕਹਿਣ ਲੱਗੇ ਤੈਨੂੰ ਫੱਬਦਾ ਕੀ ਹੈ? ਮਹਾਰਾਜ ਇੱਕ ਨਾਮ ਤੇਰਾ ਮੈਂ ਫੱਬੋ, ਇਹ ਤੇ ਮੇਰੀ ਘਰ ਪਰਿਵਾਰ ਦੀ ਸਰੀਰਕ ਜ਼ਰੂਰਤ ਹੈ ਨਾ, ਪਰ ਮਹਾਰਾਜ ਮੈਨੂੰ ਤੇ ਨਾਮ ਹੀ ਫੱਬਦਾ। ਅੱਜ ਜਿਨ੍ਹਾਂ ਦਾ ਮਨ ਟਿਕ ਜਾਂਦਾ ਉਹ ਕਹਿਣ ਲੱਗੇ ਹੁਣ ਮੇਰਾ ਮਨ ਕੀ ਮੰਗਦਾ ਹੈ। ਅਸ ਆਪਣੇ ਮਨ ਨੂੰ ਕਿਤੇ ਪਕੜ ਕੇ ਦੇਖਣਾ। ਤਨ ਤੇ ਭੁੱਖ ਦੇ ਕਰਕੇ ਭੋਜਨ ਮੰਗਦਾ ਹੋਵੇਗਾ, ਤਨ ਤੇ ਵਸਤਰ ਮੰਗਦਾ ਹੋਵੇਗਾ, ਪਰ ਇੱਕ ਗੁਰਸਿੱਖ ਦਾ ਮਨ ਜਿਸ ਦੇ ਉੱਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਵਰਤੀ, ਉਹ ਹੁਣ ਮਨ ਕਹਿੰਦਾ ਉਹਦਾ ਅਨੁਭਵ ਕੈਸਾ ਹੋਵੇਗਾ। ਸਾਡੇ ਚ ਜਦੋਂ ਉੱਠ ਕੇ ਘਰ ਜਾਵਾਂਗੇ ਤੇ ਕਿਤੇ ਆਪਣੇ ਮਨ ਦੇ ਅਨੁਭਵ ਨੂੰ ਇਸ ਅਨੁਭਵ ਦੇ ਨਾਲ ਟੈਲੀ ਕਰਕੇ ਦੇਖਣਾ। ਗੁਰ ਕਿਰਪਾ ਕਰਨ ਸਾਡਾ ਅਨੁਭਵ ਵੀ ਵੈਸਾ ਹੋ ਜਾਏ, ਮਨ ਬਦਲ ਜਾਏ। ਮੇਰਾ ਮਨ ਇੱਕ ਹੀ ਪ੍ਰਿਯ ਮੰਗ ਹੈ। ਹੁਣ ਮੇਰਾ ਮਨ ਕੇਵਲ ਇੱਕ ਪ੍ਰਿਯਤਮ ਨੂੰ ਹੀ ਮੰਗਦਾ ਹੈ, ਹੋਰ ਕੁਛ ਨਹੀਂ ਮੰਗਦਾ। ਅਸੀਂ ਸਾਖੀਆਂ ਚ ਪੜ੍ਹਿਆ ਸੁਣਿਆ ਨਾ, ਗੁਰਸਿੱਖ ਦਾ ਮਨ, ਠੀਕ ਹੈ ਅਸੀਂ ਤੁਸੀਂ ਅਜੇ ਬਹੁਤ ਦੂਰ ਹੋਵਾਂਗੇ, ਸਧਾਰਨਤਾ ਅਸੀਂ ਅਜੇ ਪਦਾਰਥਵਾਦ ਵਿੱਚ ਹੋਵਾਂਗੇ, ਸੰਸਾਰ ਦੇ तमाम ਉਲਝਣਾਂ ਦੇ ਵਿੱਚ ਹੋਵਾਂਗੇ ਤੇ ਸੰਸਾਰ ਦੀਆਂ ਲੋੜਾਂ ਨਾਲ ਜੁੜੇ ਹੋਏ ਹੋਵਾਂਗੇ, ਜਿਹਨੂੰ ਅਸੀਂ ਕਦੇ ਕਦੇ ਆਰਤ ਕਹਿ ਦਿੰਦੇ ਆ। ਅਸੀਂ ਬੇਨਤੀਆਂ ਕਰਦੇ ਹੋਵਾਂਗੇ, ਅਸੀਂ ਕੱਪੜੇ ਮੰਗਦੇ ਹੋਵਾਂਗੇ, ਪਰ ਜਦੋਂ ਸਿੱਖੀ ਦੇ ਮੁਕਾਮ ਤੇ ਸਮਝ ਆ ਜਾਏਗੀ ਤੇ ਫਿਰ ਕਹਾਂਗੇ ਨਹੀਂ ਇਹ ਸੱਚੇ ਪਾਤਸ਼ਾਹ ਜੀ ਮੈਨੂੰ ਤੂੰ ਚਾਹੀਦਾ ਹੈ। ਦਰਸ਼ਨ 'ਚ ਗੱਲ ਕਹੀ ਜਾਂਦੀ ਹੈ, ਇੱਕ ਛੋਟਾ ਜਿਹਾ ਬਾਲਕਾ ਅਗਰ ਕੋਈ ਰੋ ਰਿਹਾ ਹੈ ਤੇ ਪੁੱਛੇ ਕਾਹਦੇ ਵਾਸਤੇ ਰੋ ਰਿਹਾ ਹੈ, ਉਹ ਬਾਲਕਾ ਮਠਾਈ ਵਾਸਤੇ ਰੋ ਰਿਹਾ ਹੈ, ਕੋਈ ਬੱਚਾ ਦੁੱਧ ਵਾਸਤੇ ਰੋ ਰਿਹਾ ਹੈ, ਕੋਈ ਬੱਚਾ ਪਦਾਰਥ ਵਾਸਤੇ ਰੋ ਰਿਹਾ ਹੈ, ਕੋਈ ਬੱਚਾ ਖਿਡੌਣੇ ਵਾਸਤੇ ਰੋ ਰਿਹਾ ਹੈ, ਕੋਈ ਕਿਸੇ ਵਸਤਰ ਵਾਸਤੇ ਰੋ ਰਿਹਾ ਹੈ। ਪਰ ਉਹਨਾਂ ਦੇ ਵਿੱਚੋਂ ਕੋਈ ਬੱਚਾ ਉਹ ਵੀ ਧੋਵੇਗਾ ਨਾ ਜਿਹਨੂੰ ਖਿਡੌਣੇ ਦਿੱਤੇ ਜਾ ਰਹੇ ਨੇ ਉਹ ਨਹੀਂ ਲੈ ਰਿਹਾ, ਉਹੀ ਬੱਚਾ ਪਦਾਰਥ ਦਿੱਤੇ ਜਾ ਰਹੇ ਨੇ ਨਹੀਂ ਲੈ ਰਿਹਾ, ਉਸ ਨੂੰ ਮਠਿਆਈ ਅੱਗੇ ਲਿਆ ਕੇ ਦਿੱਤੀ ਜਾ ਰਹੀ ਹੈ ਉਹ ਨਹੀਂ ਲੈ ਰਿਹਾ। ਉਹਨੂੰ ਪੁੱਛੀ ਕੀ ਚਾਹੀਦਾ ਹੈ, ਉਹ ਕਹਿੰਦਾ ਮਾਂ ਚਾਹੀਦੀ ਹੈ, ਮੈਨੂੰ ਉਹ ਦੇ ਦਿਓ। ਪਤਾ ਕਿਉਂ? ਪਹਿਲਾਂ ਜ਼ਰੂਰਤ ਸੀ, ਬਾਰ-ਬਾਰ ਖਿਡੌਣੇ ਚੰਗੇ ਲੱਗਦੇ ਸੀ, ਹੋਰ ਕੁਝ, ਪਰ ਸਮਝ ਆ ਗਈ ਇਹ ਮਿਲ ਗਈ ਤੇ ਸਭ ਕੁਝ ਮਿਲ ਜਾਏਗਾ। ਖਿਡੌਣੇ ਤੇ ਮਿਲ ਹੀ ਜਾਣੇ ਨੇ, ਕੱਪੜੇ ਤੇ ਮਿਲ ਹੀ ਜਾਣੇ ਨੇ। ਅਸੀਂ ਇੱਕ ਗਾਥਾ ਪੜ੍ਹੀ ਸੁਣੀ ਹੈ ਨਾ, ਆਪਨੇ ਤੇ ਕਈ ਵਾਰ ਪੜ੍ਹੀ ਹੋਵੇਗੀ, ਭਾਈ ਤਿਲਕੂ ਜੀ ਕੀ ਗਾਥਾ।
ਇੱਕ ਜੋਗੀ ਨੇ ਆ ਗੜ੍ਹ ਸ਼ੰਕਰ ਨਵੇਂ ਸ਼ਹਿਰ ਆਦਿਕ ਦੇ ਇਲਾਕੇ ਦੇ ਤੇ ਗੜ੍ਹ ਸ਼ੰਕਰ ਕਸਬਾ ਹੈ, ਉੱਥੋਂ ਦੀ ਇੱਕ ਗਾਥਾ ਅਸੀਂ ਕਈ ਵਾਰ ਪੜ੍ਹੀ ਸੁਣੀ ਹੈ ਨਾ। ਇੱਕ ਜੋਗੀ ਨੇ ਤਪੱਸਿਆ ਕੀਤੀ ਹੈ, ਕੁਝ ਦਿਨਾਂ ਦਾ ਚਾਲੀਸਾ ਕੱਟਿਆ ਤੇ ਇੱਕ ਆਪਣੇ ਆਲੇ ਦੁਆਲੇ ਦੇ ਲੋਕਾਂ 'ਚ ਗੱਲ ਫੈਲਾ ਦਿੱਤੀ ਕਿ ਭਾਈ ਜਦੋਂ ਜੋਗੀ ਆਪਣੀ ਗੁਫਾ ਤੋਂ ਬਾਹਰ ਆਏਗਾ, ਜੋ ਜੋ ਉਹਦੇ ਦਰਸ਼ਨ ਕਰੇਗਾ, ਜੋ ਜੋ ਉਹਦੀ ਮੰਗ ਹੋਏਗੀ, ਉਹਦੀ ਮੂੰਹ ਮੰਗੀ ਮੁਰਾਦ ਪੂਰੀ ਹੋ ਜਾਏਗੀ। ਤੇ ਆਮ ਦੀ ਅਸੀਂ ਤੇ ਲੋੜਾਂ ਦੇ ਮਾਰੇ ਨਾ ਅੱਜ ਕਿਉਂ ਇੱਧਰ ਉੱਧਰ ਭੀੜਾਵਾਂ ਨੇ, ਜਿੱਥੋਂ ਕੁਝ ਆਸ ਜੀ ਲੱਗਦੀ ਹੈ ਸ਼ਾਇਦ ਇੱਥੋਂ ਮੈਨੂੰ ਕੁਝ ਮਿਲੇਗਾ, ਉਧਰ ਵਹੀਰਾਂ ਕੱਤ ਕੇ ਲੋਕ ਤੁਰ ਪੈਂਦੇ ਨੇ, ਕਿਉਂਕਿ ਲੋਕ ਲੋੜਾਂ ਦੇ ਮਾਰੇ ਨੇ। ਅਸੀਂ ਦੁੱਖਾਂ ਨਾਲ ਭਰੇ ਇਸ ਕਰਕੇ ਜਰਾ ਕੁ ਸਾਨੂੰ ਕੋਈ ਕਹਿ ਦਿੰਦਾ ਵੀ ਦੇਖ ਉੱਥੇ ਜਾ ਕੇ ਇਦਾਂ ਕਰੋਗੇ ਤੇਰਾ ਦੁੱਖ ਦੂਰ ਹੋ ਜਾਏਗਾ, ਤੇਰਾ ਕਾਰਜ ਰਾਸ ਆ ਜਾਏਗਾ, ਮਨੁੱਖ ਲੋੜਦਾ ਮਾਰਿਆ ਉਧਰ ਤੁਰ ਪੈਂਦਾ। ਤੇ ਬਾਅਦ ਵਿੱਚ ਕਈ ਵਾਰ ਸੁਣਿਆ ਵੀ ਹੈ ਵੀ ਸਾਨੂੰ ਤੇ ਜਿੱਥੇ ਕਿਸੇ ਕਿਹਾ ਅਸੀਂ ਉੱਥੇ ਚਲੇ ਗਏ, ਪਰ ਗੱਲ ਕਿਤੇ ਨਾ ਬਣੀ। ਪਤਾ ਕਿਉਂ? ਉਹਨਾਂ ਥਾਵਾਂ ਤੇ ਜਾਵਾਂਗੇ ਚੰਗੀਆਂ ਗੱਲਾਂ ਮਿਲਣਗੀਆਂ, ਇਹ 'ਚ ਕੋਈ ਦੋ ਰਾਏ ਨਹੀਂ, ਸਾਰੀ ਚੰਗੀਆਂ ਗੱਲਾਂ ਕਰਦੇ ਹੋਣਗੇ, ਪਰ ਸਾਡੀ ਤ੍ਰਿਪਤੀ ਨਹੀਂ ਹੋਏਗੀ। ਜਿਸ ਦਾ ਦਰਸ਼ਨ ਪਾਵਨ ਬਾਣੀ 'ਚ ਬੜਾ ਸੁੰਦਰ ਪੜਿਆ ਹੋਣਾ ਹੈ, ਜਿਵੇਂ ਕੋਈ ਵਿਅਕਤੀ ਮੋਤੀਆਂ ਦੀ ਤਲਾਸ਼ ਕਰਨ ਵਾਸਤੇ ਤੁਰ ਪਿਆ। ਆ ਸਾਨੂੰ ਸਭ ਨੂੰ ਪਤਾ ਹੈ ਨਾ, ਸੁੱਚੇ ਮੋਤੀ ਬੜੀ ਕੀਮਤ ਹੁੰਦੀ ਹੈ, ਤਾਸੀਰ ਸਰੀਰ ਵਾਸਤੇ ਚੰਗੀ ਹੁੰਦੀ ਹੈ, ਬਾਜ਼ਾਰ ਵਿੱਚ ਕੀਮਤ ਚੰਗੀ ਹੈ ਤੇ ਸਰੀਰ ਵਾਸਤੇ ਉਹਦੀ ਤਾਸੀਰ ਚੰਗੀ ਹੈ। ਇਸੇ ਕਰਕੇ ਤੇ ਲੋਕ ਸੁੱਚੇ ਮੋਤੀ ਆਪਣੇ ਸਰੀਰ ਦੇ ਨਾਲ ਰੱਖਦੇ ਨੇ ਕਿ ਬਾਜ਼ਾਰ ਦੀ ਕੀਮਤ ਵੀ ਮਿਲ ਜਾਂਦੀ ਹੈ ਤੇ ਸਰੀਰ ਵਾਸਤੇ ਦੀ ਤਾਸੀਰ ਵੀ ਚੰਗੀ ਹੈ। ਆ ਹਕੀਮ ਲੋਕ ਵੀ ਅੱਜ ਮੋਤੀਆਂ ਦੀ ਭਸਮ ਤੁਹਾਨੂੰ ਬਾਜ਼ਾਰ 'ਚ ਖਵਾਉਂਦੇ ਨੇ। ਪਤਾ ਲੱਗ ਗਿਆ ਮੋਤੀ ਚਾਹੀਦਾ ਹੈ, ਸਿਆਣਿਆਂ ਤੋਂ ਪੁੱਛਿਆ ਕਿੱਥੇ ਮਿਲੇਗਾ, ਇੱਕ ਨੇ ਦੱਸ ਦਿੱਤਾ ਸਮੁੰਦਰ 'ਚ ਮਿਲੇਗਾ। ਮੋਤੀ ਸਾਗਰਾਂ 'ਚ ਮਿਲਦਾ ਹੈ। ਸਾਗਰ ਕਿਸ ਤਰ੍ਹਾਂ ਦਾ ਹੁੰਦਾ ਹੈ? ਉਹਨੇ ਕਿਹਾ ਜੀ ਇੱਥੇ ਪਾਣੀ ਹੁੰਦਾ ਹੈ, ਬਹੁਤ ਸਾਰਾ ਪਾਣੀ ਹੋਵੇ, ਬਹੁਤ ਗਹਿਰਾ ਹੋਵੇ, ਉਸ ਗਹਿਰੇ ਪਾਣੀਆਂ ਦੇ ਵਿੱਚ ਸਮੁੰਦਰ ਵਿੱਚ ਕਿਹਾ ਜਾਂਦਾ ਹੈ ਉੱਥੇ ਮੋਤੀ ਹੁੰਦਾ ਹੈ। ਕੋਈ ਮੇਰੇ ਵਰਗਾ ਨਾਦਾਨ ਬੰਦਾ ਜਿਸ ਨੇ ਸਮੁੰਦਰ ਸਾਗਰ ਦੇਖਿਆ ਕਦੇ ਨਹੀਂ ਸੀ, ਤੁਰ ਪਿਆ, ਰਸਤੇ ਵਿੱਚ ਛੱਪੜ ਆ ਗਿਆ, ਜਿਹਨੂੰ ਪੁਰਾਣੀ ਭਾਸ਼ਾ ਪੋਖਰਾ ਕਹਿੰਦੇ ਸਨ, ਤਲਾਬ ਆ ਗਿਆ, ਛੱਪੜ ਆ ਗਿਆ। ਉਹਨੇ ਵੇਖਿਆ, ਕਿਸੇ ਸਿਆਣੇ ਕਿਹਾ ਸੀ ਜਿੱਥੇ ਬਹੁਤ ਸਾਰਾ ਪਾਣੀ ਹੋਏਗਾ, ਡੂੰਘਾ ਵੀ ਹੋਏਗਾ, ਕਹਿਣ ਲੱਗੇ ਲੱਗਦਾ ਇਹੀ ਤਲਾਬ ਹੋਣਾ। ਹੁਣ ਉਹਦੇ ਵਿੱਚੋਂ ਵੜ ਗਿਆ, ਮੋਤੀ ਤਲਾਸ਼ਦਾ ਪਿਆ। ਇਹ ਠੀਕ ਹੈ ਪਾਣੀ ਮਿਲ ਗਿਆ, ਠੰਡਕ ਮਿਲ ਗਈ, ਪਰ ਮੋਤੀ ਨਹੀਂ ਮਿਲੇਗਾ। ਪਾਵਨ ਬਾਣੀ 'ਚ ਪੜ੍ਹੇ ਨਾ, ਪੋਖਰ ਪੋਖਰ ਢੂੰਡਤੇ, ਮੋਤੀ ਦੀ ਤਲਾਸ਼ ਕਰਦੇ ਹੋ ਪਰ ਲੱਭਦੇ ਕਿੱਥੇ ਜੇ? ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿਬੋ ਕੋਏ। ਉਹ ਸਿਆਣਾ ਨਹੀਂ ਤੁਹਾਨੂੰ ਕੋਈ ਕਹੇਗਾ ਪੋਖਰਾਂ ਦੇ ਵਿੱਚ ਮੋਤੀ ਨਹੀਂ ਮਿਲਣੇ, ਮੋਤੀ ਸਾਗਰਾਂ 'ਚ ਮਿਲਣੇ। ਇਸੇ ਤਰ੍ਹਾਂ ਜਿਨ੍ਹਾਂ ਨੂੰ ਨਾਮ ਰੂਪੀ ਮੋਤੀ ਦੀ ਤਲਾਸ਼ ਹੈ, ਜਿਨ੍ਹਾਂ ਨੂੰ ਆਤਮਿਕ ਸੁਖ ਦੀ ਤਲਾਸ਼ ਹੈ, ਉਹ ਹੋਰ ਕਿਧਰੇ ਨਹੀਂ ਜਿਮਲਾ, ਹੋਰ तमाम ਥਾਂ ਪੋਖਰ ਹੋਣਗੇ, ਉੱਥੇ ਪਾਣੀ ਹੋਵੇਗਾ, ਉੱਥੇ ਕੋਈ ਚੰਗੀਆਂ ਗੱਲਾਂ ਵੀ ਹੋਣਗੀਆਂ, ਪਰ ਉੱਥੇ ਨਾਮ ਨਹੀਂ ਮਿਲੇਗਾ। ਨਾਮ ਮਿਲਣ ਵਾਸਤੇ ਗੁਰੂ ਕੋਲਾਂ ਪੈਣਾ ਹੈ, ਸਾਗਰ ਕੋਲਾਂ। ਇਸੇ ਕਰਕੇ ਗੁਰ ਸਾਗਰ ਰਤਨੀ ਭਰਪੂਰੇ, ਇਹ ਗੁਰੂ ਸਾਗਰ ਹੈ, ਰਤਨਾਂ ਨਾਲ ਭਰਪੂਰ ਹੈ। ਇੱਥੇ ਜਿਹਦੀ ਪਹੁੰਚ ਬਣ ਗਈ ਉਸ ਨੂੰ ਮੋਤੀ ਮਿਲੇਗਾ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇੱਕ ਵਾਰ ਜਿਸ ਨੂੰ ਥੋੜਾ ਜਿਹਾ ਅੰਮ੍ਰਿਤ ਦਾ ਸਵਾਦ ਆ ਗਿਆ, ਫਿਰ ਉਹ ਭਲਾ ਇੱਧਰ ਉੱਧਰ ਕਿਸੇ ਹੋਰ ਛਪੜੀ ਤੇ ਕਿਸੇ ਹੋਰ ਤਲਾ ਤੇ ਕਿਉਂ ਬੈਠੇਗਾ? ਉੱਤੇ ਕਹੇਗਾ ਨਾ ਭਾਈ ਮੈਂ ਤਾਂ ਚੱਲਿਆ ਸਮੁੰਦਰ ਦੇ ਕੋਲ। ਬਾਬਾ ਫਰੀਦ ਸਾਹਿਬ ਜੀ ਨੇ ਸਾਡੇ ਇਸ ਮਨ ਦੀ ਅਵਸਥਾ ਦਾ ਦਰਸ਼ਨ ਬੜਾ ਸੁੰਦਰ ਕਰਾਇਆ। ਪਾਠ ਕਰਦਿਆਂ ਕਰਦਿਆਂ ਆਪ ਜੀ ਨੇ ਪੜ੍ਹਿਆ ਹੋਣਾ, ਜਿਹੜਾ ਮੇਰਾ ਮਨ ਇੱਕੈ ਹੀ ਪ੍ਰਿਯ ਮੰਗੈ, ਮੇਰਾ ਮਨ ਇੱਕ ਪ੍ਰੀਤਮ ਨੂੰ ਮੰਗਦਾ। ਆ ਵੇਖਿਆ ਹੁਣ ਕਦੇ ਕਦੇ ਸਿੱਖ ਦਾ ਮਨ ਆਪਣੇ ਗੁਰੂ ਨੂੰ ਮੰਗਦਾ, ਆਪਣੇ ਗੁਰੂ ਦੀ ਤਲਾਸ਼ ਕਰਦਾ ਹੈ। ਗੁਰੂ 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 ਕਰ ਰਿਹਾ ਹੈ, ਸਾਨੂੰ ਹੁਕਮ ਵੀ ਹੈ। ਪਾਠ ਕਰਦਿਆਂ ਕਰਦਿਆਂ ਆਪਨੇ ਪੜ੍ਹਿਆ ਹੋਣਾ, ਗੁਰੂ 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 ਕਰ ਮਨ ਮੋਰ। ਪਤਾ ਕਿਉਂ? ਗੁਰੂ ਬਿਨਾ ਮੈਂ ਨਾਹੀ ਹੋਰ। ਹੋਰ ਹੋਣਗੇ ਕਿਸੇ ਦੇ, ਪਰ ਮੇਰਾ ਗੁਰੂ ਤੋਂ ਬਿਨਾ ਕੋਈ ਨਹੀਂ। ਅਸੀਂ ਪੜ੍ਹਿਆ ਹੈ ਬਾਬਾ ਲਹਿਣਾ ਜੀ ਦੇ ਬਾਬਤ, ਵੇਖਿਆ ਨਾ, ਜਿਹਦੀ ਗੱਲ ਆਪਾਂ ਕਰਨੀ ਚਾਹੁੰਦੇ ਹਾਂ। ਇੱਥੇ ਸਰੀਰ ਨਹੀਂ ਬਦਲਨੇ। ਬਾਬਾ ਲਹਿਣਾ ਜੀ ਦਾ ਸਰੀਰ ਥੋੜਾ ਬਦਲ ਗਿਆ, ਬਾਬਾ ਲਹਿਣਾ ਜੀ ਦਾ ਸਰੀਰ ਤੇ ਉਸੇ ਤਰ੍ਹਾਂ ਦਾ ਰਿਹਾ।
पर समा पा के बाबा लहणा जी दे अंदर नानक जी आ गए, अंदर बदल गया सारा। पता क्यों? क्योंकि बाबा लहणा जी जदों अजे आपे दे विच सन, जदों शब्द प्रकाश अंदर हो रहे है, उदों कहंदे सन किस ही कोई कोए। बाबा किसे दा कोई होएगा, किसे दा कोई होएगा, मैनू की फर्क पैंदा है, पर मंझ निमाणी एक तू, पर मेरा ते सिर्फ तू है। मैनू तेरे तो बिना किते रस नहीं, मैनू तेरे तो बिना किते टिका नहीं। ते अज कहंदे जदों मन प्रिय मांगे, एक है ही प्रिय, ते प्रिय भी मेरा इको ही जे। एको है भाई, एको है साहिब मेरा, एको है। उस एक नू मांग रहे है। बाबा फरीद साहब जी ने दर्शन साडा कराए। अज जिवें कदे कदे वेख्या ना, गुरसिख भज के गुरु वाल आउंदा है, हंस मान सरोवर ते रहिंदे ने, सुनिया असां गुरबाणी च बड़ी बार हंसां दा दर्शन है। हंस मान सरोवर ते रहिंदे ने, मान सरोवर दी मौज अपनी वखरी है। एक दिन किते सैल वास्ते उडारी ते निकले, सैल दी उडारी ते निकले, वेख्या थल्ले भी इन्हां नूं जमीन ते पानी ने इधर आया, वो भी बह गए। चलो शायद इत्थे भी कुछ होवे, वेख्या पानी सी। हुण पानी विचों भुख लगी, भुख लगण ते जिवें मान सरोवर च मोती चुगदे होणगे, उस पानी च चुंझ मारी, पर इस पानी च स्वाद नहीं है। इत्थे मान सरोवर दे हंसां दा खाना नहीं है। एक बचन है ना, हंस उलथड़े जाए। हुण उस छपड़ी च आके हंस आके बह गए, ते दो चिंजू बोड़न नाम पीवन। चिंज तां डुब लई, पर जदों चिंज च उत्थों दे पानी दा स्वाद आया ना, वो फिक्का स्वाद सी, वो रस नहीं सी। फिर पछता उठे, मना असीं तां मान सरोवर दे जी कित्थे छपड़ियां दे किनारे आके बैठ गए। असीं कदे इन्हां दर्शनां नूं किते देखीए, वो हंस किते इधर उधर विचरदे सैल करदे, किसे दे कोदरे दे खेत विच जा बैठे, वो लोग भज्जा आया, वो मेरा किते खेत ना उजड़ जाए। पर लोकां नूं की पता सी भी गहला लोक ना जानदा, हंस ना कोदरा खाए। हंस कोदरे नहीं खांदे, हंस छपड़ियां ते नहीं टिकदे, क्योंकि हंस मान सरोवर दे प्यारे ने, उत्थों मोती चुकदे ने। सानू दसे गुर सागर रतनी भरपूरे, अमृत संत चुगै नहीं दूरे। पर हुण किते अज आ जाइए, मेरा मन भी एक गुरसिख दा मन है, मेरा तुहाडा अपना गुरु किरपा करन इस अवस्था नूं छू सके। गुरु पातशाह सानू एक आदर्शक अवस्था दिंदे ने। किसे गुरसिख नूं पुछ के देखिए तेरे मन की अवस्था की है, वो कहेगा बस सुन ते मैनूं गुरु मिला दिओ। कोई जन हरस्यों देवै जोर, ते की करोगे जे सानू को पूछे जे तेनू चल अज गुरु मिला देने आ, ते की करांगे? शायद असीं कवांगे भोजन खवा देंगे, भाई वस्त्र लै देंगे। नहीं नहीं, इन्हें ना नहीं सरना। कोई जन हरस्यों देवै जोर, चरण गहाओ बकंश बरसना दीजै प्राण आकोर। पता क्यों? हुण मेरा मन एक ही प्रिय मांगे, एक तो बिना कुछ होर भी ले ला, इधर उधर बहुत कुछ है, कहन लगे नहीं। पेख आयो सर्ब थान देश, जिवें हंस वापस सरोवर ते गए, हुण कहणगे ना हाँ असीं देख लिया छपड़ियां, देख ले कोदरे दे खेत, किते भुख नहीं जे मिटदी। याद रखना, दुनिया दे तमाम लोकां दी भुख इधर उधर मिट सकदी है, कुड़ियारां दी भुख किते होर मिट सकदी है, पर सचियार दी भुख इत्थे आके ही मिटेगी। कुड़ियार कुड़ियारी जाए रले, सचियार सिख बैठे सतगुरु पास, क्योंकि सतगुरु पासों उन नाम भोजन मिलेगा। इसे करके कहने ना, साडे खुराक हो सकता है असीं चूंकि अजे पहले दर्जे च खड़े हाँ, साडी खुराक भोजन है। असीं भोजन वास्ते तड़पते ते विलकदे फिरदे हाँ, असीं भोजन ते वस्त्र वास्ते हिलुजते फिरदे हाँ। पर कि गुर किरपा करन साडी अवस्था बन जाए, हर नाम हमारा भोजन हो जाए, हर नाम हमारा पहनन हो जाए, हर नाम हमारी सलाह हो जाए, हर नाम दे नाल ही सारा लेखा हो जाए। किते फिर गल बन जाए, फिर असीं भी कह सकीए भी मैं सब थां देख आया, बहुत थां देखे ने, पर मेरे गुरु वर्गा किते कोई नहीं।
ਦੇਖੇ ਹੋਣੇ ਅਸਾਂ ਤੁਸਾਂ ਵੀ ਬਹੁਤ ਡੇਰੇ ਦੇਖੇ ਹੋਣੇ, ਬਹੁਤ ਫਿਲਾਸਫੀਆਂ ਪੜ੍ਹੀਆਂ ਹੋਣਗੀਆਂ, ਪਰ ਗੁਰੂ ਨਾਨਕ ਵਰਗਾ ਗੁਰੂ ਕਿੱਥੋਂ ਮਿਲਣਾ? ਜੇ ਸੰਸਾਰ ਦੇ ਗਿਆਨੀਆਂ 'ਚ ਹੀ ਦੇਖ ਲਈਏ, ਹੋਣਗੇ ਬਹੁਤ ਸਾਰੇ ਗੁਰੂ, ਹੋਣਗੇ ਬਹੁਤ ਸਾਰੇ ਮੁਕਾਮ, ਹੋਣਗੇ ਬਹੁਤ ਸਾਰੇ ਥਾਂ, ਪਰ ਗੁਰੂ ਨਾਨਕ ਦੇ ਘਰ ਵਰਗਾ ਥਾਂ ਕਿੱਥੇ ਹੈ? ਜਿੱਥੇ ਤੇ ਕਹਿੰਦੇ ਆ ਜਾ ਸਿੱਖਾ ਤੂੰ ਬਹਿ ਜਾ, ਹੁਣ ਤੈਨੂੰ ਕਿਰਿਆ ਨਹੀਂ ਕਰਨੀ, ਮਹਾਰਾਜ ਕੀ ਕਰਾਂ, ਬਸ ਤੂੰ ਬਹਿ ਜਾ, ਬਾਕੀ ਕੰਮ ਮੈਂ ਕਰਾਂਗਾ। ਇੱਥੇ ਆਪਾਂ ਸੌਂਪ ਦੇ, ਜਿਵੇਂ ਹਾਥੀ ਨੇ ਆਪਾਂ ਆਪਣੇ ਮਹਾਵਤ ਨੂੰ ਸੌਂਪ ਦਿੱਤਾ, ਹੁਣ ਸਭ ਕੰਮ ਮਹਾਵਤ ਕਰਦਾ ਹੈ, ਇਵੇਂ ਹੀ ਗੁਰਸਿੱਖਾ ਤੂੰ ਆਪਣਾ ਮਨ ਆਪਣੇ ਗੁਰੂ ਨੂੰ ਸੌਂਪ ਦੇ। ਇੱਥੇ ਆ ਗਿਆ, ਨਿਸ਼ਚਿੰਤ ਹੋ ਕੇ ਬਹਿ ਜਾ, ਮਨ ਹੋਏ ਨਿਚਿੰਦ, ਨਿਸਲ ਹੋਏ ਰਹੀਏ। ਮਹਾਰਾਜ ਮੇਰੀਆਂ ਤੇ ਬੜੀ ਜ਼ਰੂਰਤਾਂ ਨੇ, ਮੇਰੀਆਂ ਤੇ ਲੋੜਾਂ ਬੜੀਆਂ ਨੇ। ਫਿਰ ਮਹਾਰਾਜ ਨੇ ਕੋਈ ਗੱਲ ਨਹੀਂ, ਤੇਰੀਆਂ ਸਾਰੀਆਂ ਜ਼ਰੂਰਤਾਂ ਸਾਰੀਆਂ ਲੋੜਾਂ ਗੁਰੂ ਪੂਰੀਆਂ ਕਰ ਦੇਵੇਗਾ, ਗੁਰੂ ਕਰੇਗਾ ਤੇਰੀਆਂ ਸਾਰੀ ਜ਼ਰੂਰਤਾਂ ਪੂਰੀਆਂ। ਅੱਜ ਕਿਤੇ ਪਹੁੰਚ ਸਕੀਏ, ਪੇਖ ਆਇਓ ਸਰਬ ਥਾਨ ਦੇਸ਼, ਮੈਂ ਦੇਖਿਆ ਸਾਰੇ ਥਾਵਾਂ ਨੂੰ, ਪ੍ਰਿਯ ਰੋਮ ਨ ਸੰਸਰ ਲਾਗੈ। ਪਰ ਮੇਰੇ ਸਾਹਿਬ ਦੀ ਜੋ ਬਖਸ਼ਿਸ਼ ਹੈ ਨਾ, ਮੇਰੇ ਸਾਹਿਬ ਦੀ ਜੋ ਬਰਕਤ ਹੈ, ਚਲੋ ਸਾਡਾ ਮਨ ਦੁਨੀਆ ਦੀ ਕੀਮਤਾਂ ਕਰਕੇ ਸਮਝਦਾ ਹੈ, ਜਿਵੇਂ ਅਸੀਂ ਕਹਿੰਦੇ ਆ ਸੋਨਾ ਬੜਾ ਕੀਮਤੀ ਹੈ, ਹੀਰੇ ਬੜੇ ਕੀਮਤੀ ਨੇ, ਨਵੀਆਂ ਨਵੀਆਂ ਧਾਤੂਆਂ ਸੰਸਾਰ ਦੇ ਗਿਆਨੀ ਵਿਗਿਆਨੀ ਸਾਨੂੰ ਦੱਸੀ ਜਾਂਦੇ ਨੇ, ਆਖੇ ਜੀ ਸੋਨਾ ਬੜਾ, ਹੀਰਾ ਬੜਾ ਕੀਮਤੀ, ਪਲੈਟੀਨਮ ਬੜਾ ਕੀਮਤੀ ਹੈ। ਪਰ ਕਿਤੇ ਸਭ ਤੋਂ ਕੀਮਤੀ ਕੀ ਹੋਏਗਾ? ਅੱਜ ਸਤਿਗੁਰੂ ਕਹਿੰਦੇ ਨੇ, ਮੇਰੇ ਪ੍ਰੀਤਮ ਦੇ ਰੋਮ ਦੇ ਬਰਾਬਰ ਵੀ ਕੁਛ ਨਹੀਂ ਜੇ। ਸਾਰੀ ਦੁਨੀਆ ਦੇ ਮੁੱਲ ਨੂੰ ਇਕੱਠਾ ਕਰ ਲਈਏ, ਸਾਰੀ ਦੁਨੀਆ ਦੀ ਕੀਮਤ ਨੂੰ ਇਕੱਠਾ ਕਰ ਲਈਏ, ਤੇ ਮੇਰੇ ਮਾਲਿਕ ਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਪੁੱਜਦੇ। ਤੇ ਰੋਮ ਜਾਣਦੇ ਆ, ਤਨ ਤੇ ਇੱਕ ਛੋਟਾ ਜਿਹਾ ਵਾਲ, ਜਿਹਨੂੰ ਸੰਸਾਰੀ ਦ੍ਰਿਸ਼ਟੀਕੋਣ ਦੇ ਨਾਲ ਪਕੜਨਾ ਵੀ ਔਖਾ ਹੁੰਦਾ ਹੈ। ਕਹਿਣ ਲੱਗੇ ਇੰਨੀ ਦੁਨੀਆ ਦੀ ਤਾਕਤਾਂ ਮੇਰੇ ਸਾਹਿਬ ਦੇ ਇੱਕ ਰੋਮ ਦੇ ਬਰਾਬਰ ਨਹੀਂ ਪੁੱਜਦੀਆਂ। ਸਭ ਕੀਮਤ ਮਿਲ ਕੀਮਤ ਪਾਈ ਰੋਜ਼ ਪੜ੍ਹਦੇ ਆ, ਗਿਆਨੀ ਧਿਆਨੀ ਗੁਰ ਗੁਰ ਹਾਈ ਰੋਜ਼ ਪੜਿਆ ਜਾਂਦਾ ਹੈ। ਸਾਰੇ ਗਿਆਨੀ ਧਿਆਨੀ ਇਕੱਠੇ ਹੋ ਕੇ ਵੀ ਕੀ ਸਾਹਿਬ ਦੀ ਇੱਕ ਰੋਮ ਜਿੰਨੀ ਕੀਮਤ ਪਾ ਲੈਣਗੇ ਤੇ ਪਤਾ ਲੱਗਦਾ ਨਹੀਂ। ਇਸੇ ਕਰਕੇ ਕਹਿੰਦੇ ਨੇ ਮਹਾਰਾਜ ਕੀ ਕਰਾਂ, ਮੇਰੀ ਤੇ ਜ਼ਬਾਨ ਹੀ ਇੱਕ ਹੈ। ਜੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰ ਦਿਓ, ਇੱਕ ਦੋ ਜੀਭੋ ਲੱਖ ਹੋਏ, ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗ। ਬਸ ਮੈਂ ਇਹੀ ਕਹਿੰਦਾ ਰਹਾ, ਵਾਹਿਗੁਰੂ ਵਾਹਿਗੁਰੂ ਤੂੰ ਧਨ ਹੈ, ਵਾਹਿਗੁਰੂ ਤੂੰ ਧਨ ਹੈ, ਇਹੀ ਕਹਿੰਦਾ ਰਹਾ। ਕਿਉਂਕਿ ਕਹਿ ਕੇ ਸਾਰੇ ਅਸੀਂ ਫਿਰ ਵੀ ਤੇ ਕੀਮਤ ਨਹੀਂ ਪਾ ਪਾਉਣੀ ਨਾ। ਪਰ ਇਹ ਰੋਮ ਨ ਸੰਸਰ ਲੱਗ ਗਏ, ਮੇਰੇ ਸਾਹਿਬ ਦੇ ਤੇ ਇੱਕ ਰੋਮ ਦੇ ਬਰਾਬਰ ਵੀ ਕੁਛ ਨਹੀਂ ਪੁੱਜਦਾ। ਕਹਿਣ ਲੱਗੇ ਅੱਛਾ, ਹੁਣ ਸਮਝ ਕੇ ਆ ਗਈ, ਜਦੋਂ ਜਿਸ ਵੀ ਕਿਸੇ ਮਨ ਨੇ ਇਹ ਚਮਕ ਦੇਖ ਲਈ, ਜਿਸ ਵੀ ਕਿਸੇ ਮਨ ਨੇ, ਯਾਦ ਰੱਖਣਾ ਇਹ ਇਹਨਾਂ ਬੈਰੂਨੀ ਅੱਖਾਂ ਦੇ ਨਾਲ ਨਹੀਂ ਦਿਸਦਾ। ਇਸੇ ਕਰਕੇ ਕਹਿੰਦੇ ਨਾ ਨਾਨਕ ਸੇ ਅਖੜੀਆਂ ਬਿਆਨ। ਇਸੇ ਕਰਕੇ ਗੁਰਮਤਿ ਦਰਸ਼ਨ ਸੇ ਜੋ ਪੜ੍ਹਦੇ ਆ ਤੇ ਕਿਹਾ ਜਾਂਦਾ ਨਾ ਕਿ ਭਾਈ ਇੱਥੇ ਬੈਠੇ ਹੋ ਨਾ, ਫਿਰ ਇੱਕ ਕੰਮ ਕਰਿਓ, ਹੁਣ ਕੁਛ ਨਾ ਕਰਿਓ। ਫਿਰ ਕੀ ਕਰੀਏ? ਕਹਿਣ ਲੱਗੇ ਬਹਿ ਜਾਓ, ਨੇਤਰ ਬੰਦ ਕਰ ਲਓ, ਸਰੀਰਕ ਕਿਰਿਆਵਾਂ ਨੂੰ ਰੋਕ ਲਓ। ਜਦੋਂ ਅਸੀਂ ਸਰੀਰ ਫਿਲਾਸਫੀ ਦਰਸ਼ਨ ਨੂੰ ਇਕੱਠਾ ਪੜ੍ਹਦੇ ਨਾ, ਤੇ ਸਾਡੀਆਂ ਜੋ ਕਰਮ ਇੰਦਰੀਆਂ ਤੇ ਜੋ ਗਿਆਨ ਇੰਦਰੀਆਂ ਨੇ ਕੁੱਲ ਮਿਲਾ ਕੇ 10 ਹੁੰਦੀਆਂ ਨੇ। ਸਰੀਰ ਇਹਨਾਂ 10 ਇੰਦਰੀਆਂ ਦੇ ਸਦਕੇ ਕਿਰਿਆ ਕਰਦਾ ਹੈ। ਇੱਥੇ ਬੈਠ ਕੇ ਅਸੀਂ ਇਹਨਾਂ ਆਪਣੀਆਂ 10 ਇੰਦਰੀਆਂ ਦੇ ਵਿੱਚੋਂ 8 ਇੰਦਰੀਆਂ ਦੀ ਸੁਭਾਵਿਕ ਕਿਰਿਆ ਜਿੱਥੋਂ ਤੱਕ ਸਥਿਰ ਹੋ ਸਕਦੀ ਕਰ ਦਈਏ। ਬਸ ਇੱਥੇ ਇੱਕ ਇੰਦਰੀ ਸੰਪੂਰਨ ਕੰਮ ਕਰ ਸਕੇ। ਕਦੇ ਕਦੇ ਵੇਖਿਆ ਹੋਣਾ, ਅਸੀਂ ਪੜ੍ਹਿਆ ਸੁਣਿਆ, ਆ ਬਚਨ ਹੈ ਪਾਵਨ ਬਾਣੀ ਵਿੱਚ, ਗੁਰਮੁਖ ਨੇ ਜਦੋਂ ਜਪ ਕਰਦਾ ਹੈ ਨਾ, ਤੇ ਉਦੋਂ ਉਹ ਸਾਰੇ ਸਰੀਰ ਨੂੰ ਵਰਤਨ ਲੱਗ ਪੈਂਦਾ ਹੈ। ਸਾਨੂੰ ਉਹ ਕਲਾ ਦਾ ਅਨੁਭਵ ਨਹੀਂ, ਇਸੇ ਕਰਕੇ ਅਸੀਂ ਟੀਕਾ ਟਿੱਪਣੀ ਕਰਦੇ ਵੀ ਕਿੱਦਾਂ ਹੋ ਸਕਦਾ ਹੈ। ਜਦੋਂ ਤੁਸੀਂ ਪੜ੍ਹਦੇ ਹਾਂ ਗੁਰਮੁਖ ਰੋਮ ਰੋਮ ਹਰ ਧਿਆਵੈ, ਪੜ੍ਹਦੇ ਨਾ ਆਪਾਂ ਰੋਮ ਰੋਮ ਹਰ ਧਿਆਵੈ। ਭਾਈ ਸਾਹਿਬ ਭਾਈ ਵੀਰ ਸਿੰਘ ਤਾਂ ਬੱਚੇ ਪਿਆਰ ਨਾਲ ਕਹਿੰਦੇ ਨੇ, ਬਾਣੀ ਸੁਣਨ ਲੱਗਿਆ ਫਿਰ ਕੀ ਕਰੇ? ਕਹਿਣ ਲੱਗਾ, ਹੇ ਦੇਹੀ ਤੂੰ ਸਾਰੀ ਹੋ ਜਾ ਕੰਨ, ਸਾਰੀ ਕੰਨ ਹੀ ਬਣ ਜਾ, ਜਿੰਨੇ ਰੋਮ ਨੇ ਇੰਨੇ ਮੈਨੂੰ ਕੰਨ ਲੱਗ ਜਾਣ। ਜਿਵੇਂ ਇੱਕ ਬਚਨ ਹੈ ਨਾ, ਜਿਤਨੇ ਰੋਮ ਜੇ ਰੋਮ ਰੋਮ ਜੇ, ਜਿਤਨੇ ਜੇਵਾ ਹੋ ਜਾਣ ਮੈਂ ਉਦਾਂ ਹੀ ਕਰਕਾਂ ਜਪ ਸਕਾਂ। ਇਹ ਅਵਸਥਾਵਾਂ ਦੱਸੀਆਂ ਜਾਂਦੀਆਂ ਨੇ ਭਾਈ।
ਅੱਜ ਕਿਤੇ ਆ ਜਾਏ। ਜਦੋਂ ਮਨ ਬਦਲ ਜਾਂਦਾ ਹੈ ਤੇ ਫਿਰ ਸਮਾਜ ਦਾ, ਸੰਸਾਰ ਦਾ ਦਰਸ਼ਨ ਹੀ ਹੋਰ ਹੋ ਜਾਂਦਾ ਹੈ। ਗੁਰੂ ਕਿਰਪਾ ਕਰਨ ਸਾਡਾ ਮਨ ਬਦਲ ਜਾਏ। ਤੇ ਬਦਲੇ ਹੋਏ ਮਨ ਦੀ ਨਿਸ਼ਾਨੀ ਹੁੰਦੀ ਹੈ ਕਿ ਹੁਣ ਉਹ ਨੀਵੀਆਂ ਚੀਜ਼ਾਂ ਨਹੀਂ ਪਕੜਦਾ। ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ। ਪਾਤਸ਼ਾਹ ਕਹਿ ਲੱਗੇ ਮੈਂ ਇੱਕ ਦਰਸ਼ਨ ਦੇ ਰੂਪ ਵਿੱਚ, ਰੂਪਕ ਅਲੰਕਾਰ ਦੇ ਰੂਪ ਵਿੱਚ, ਆਪਾਂ ਕਦੇ ਕਦੇ ਗੱਲਾਂ ਕਹਿੰਦੇ ਵੀ ਹੁੰਨੇ ਆ, ਸਾਡੇ ਸਾਹਮਣੇ ਕੋਈ ਜੀ ਆਪਣੀ ਖੁਸ਼ੀ ਦੇ ਨਾਲ तमाम प्रकार के भोजन लिया के थाली च पा के रख देंदा है ते सिख की कहने मेरा मन नहीं करता। भोजन स्वादिष्ट ने, कीमती ने, प्यार ना बनाए गए ने, पर सिख के नहीं मेरा मन नहीं करता। ते कई बारी सानू कुछ मिलता है असी कहने नहीं मेरा मन तो उहदे वास्ते करता है। आ मन दे लालच हुंदा ना, आ बच्चियां नूं देखिए मन दे लालच करके दूर दूर तक लटकते ने। मन दे लालच करके मनुख बड़ा कुछ करता है। बेशक उन्होंने किते किते विकार भी किया जाता है, पर वो कुछ कलावां ने जिसनों गुरबाणी समझाया गया। भावरे नूं एक रस आ गया। हुण किते भावरे नूं पुछिए भी तू कमल दा मकरंद ते कमल दा रस एक बार चख लिए, आ इत्थे होर फुल बड़थेरे ने, इन्हां दे विच भी मकरंद होवेगा, इन्हां विच भी रस होवेगा। कहेगा नहीं मैं होर फुल्लां तो की लेना, मैनू ते कमल दा मकरंद चाहिए, क्योंकि कमल वर्गी कोमलता, कमल वर्गी शीतलता, कमल वर्गी मिठास किधरे नहीं मिलती। इस करके कहता नहीं उत्थे मैं जान भी दे दूंगा पर कमल दा फुल दा रस नहीं छड्डूंगा। होर भावें तुसीं किन्ने चंगे चंगे फुल लैके आ जाओ, चमेली चंबा होण, गुलाब पूजिया जांदा है, गुलाब होवे पर भवरे होनी गुलाब ते नहीं बैठणगे, चमेली ते नहीं बैठणगे, दुनिया भर दे फुल होणगे। भवरा कहेगा नहीं 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 मैनू ते केवल एक कमल दा फुल चाहिए है। जिवें निक्के बालके नूं कहंदे दुनिया दे पदार्थ, ते बालका कहेगा नहीं मैनू ते दुध चाहिए है। इवें ही अज मन कहंदा सतगुर कहण लगे मैं इम्तिहान वास्ते अपने मन दे अगे तमाम प्रकार के भोजन परोस के रख दिते। ले आ भी रस है, बड़े रस ने। याद रखना संसार विच 9 प्रकार के रस मने जाते ने। तमाम रसां वल मन भजदा है ते जदों नाम रस आ जाता है तो फिर मन की कहंदा है, जिन्हों नाम रस की समझ आ गई, नाम रस चख लिया कि उस संसार के रसां वल उलझेगा, दौड़ेगा। ये तमाम प्रकार के रस थाल च पा के कहण लगे मैं अगे रख दिते, पर मन कहता नहीं मैनू ये रस नहीं चाहिए। पता क्यों? हर बिन कछु न लाग गई भगतन कहो मीठा, आन स्वाद सब फिकिया कर निर्णव डीठा। कहने लगे मैं नीरे अनक भोजन बहु व्यंजन, तिन स्यों दृष्ट न कर रुचांग। अनेकों प्रकार के नीरे का मतलब बंदा परोस दिते, थाल च पा के परोस के रख ते लै भी आ भी खा ला, आ भी खा ला, आ भी देख ला, आ भी मान ला। ते मन कहता नहीं, दृष्टि भी नहीं पाउंदा। एक बचन कदे कदे बिलावल च पढ़िया होना है, हुण तां सारे छड्ड बैठे आ। पता क्यों? हुण इन्हां दा स्वाद चख छोड़ी, सब स्वाद देख लए ने, हुण नहीं चाहिए। हुण किहड़ा चाहिए? हुण ते केवल वो रस चाहिए जिहड़ा रस मैनू बाणी पढ़दे मिल गया, जिहड़ा रस मैनू कीर्तन सुनदे मिल गया। इसे करके ते अभ्यासी नितनेमी कोल आ बहिंदे सतगुर दे, क्योंकि उन्हें रस आ चुका है। कदे रस आए, हुण ते इधर रुचि नहीं जाती। गुरसिख दी रुचि गुर किरपा करन इत्थे टिक जाए, बाणी दे रस्ते, गुरु नाम दे रस्ते, इस तो बिना इधर उधर भटके ही ना। कहन लगे मेरा मन ते हुण नहीं भटकदा, मेरा मन ते टिक गया है, जिवें भंवरे दा मन टिक गया है, जिवें मछली ने अपने आप को एक थां टिका दिता है। हुण नहीं भटकदे, भंवरा नहीं भटकदा, हिरन नहीं भटकदा, मैं भी टिक गया हाँ। फिर की मंगदे हो? कहन लगे हर रस चाह है। हुण ते केवल कहंदा नाम रस, नाम रस। आ साडे चों कुछ अभ्यासी हैगे ने बैठे होणगे जिहड़े बेनतियां करदे महाराज जपदियां जपदियां आपने एक बार रस दिता सी, थोड़ा जा अनुभव, थोड़ी जी कला वरती सी, हुण नहीं मिली। कृपा करो ना वो अवस्था दोबारा बन जाए। वो रस जो एक बार मिलिया सी बाणी पढ़दियां, एक बार किते ध्यान टिक गया सी, ते एक बार ध्यान टिक के
उस रस ਨੂੰ जो मान लिया सी, महाराज किते दोबारा रस मिल जाए। इसे करके अभ्यासी रोज सवेरे उठ के बह जाते ने। आ कदे कदे वेखिया होना जिहड़े साडे घरां च सवेरे सवेरे उठ जाते ने, नहा धो के अखां मीट के बैठे ने। असीं कहने पता नहीं क्यों बैठे ने, पर पता क्यों बैठते ने, वो बेनती लई बैठते, तरला करते ने, बाबा एक बार मिलिया सी हुण दोबारा दे ना। एक बार जिवें भिखारी एक बार इस दर तो भीख मिल जाए फिर आ जाता है, फिर आ जाता है, नहीं मिलती वो फिर भी आ जाता है। इवें ज्ञानी कहते लै ये की करदा रोज, पर नहीं अभ्यासी जानता है इस दर तो मैनू एक बार रस मिलिया सी, मैनू वो रस चाहिए। ते किवें करदा है, जिवें एक बबीहा स्वात बूंद वास्ते टिकिया पिया है, पीओ पीओ करदा है। वेखिया ना बबीहे नू स्वांती बूंद दा, आकाशी बूंद दा रस है, ते वो हुण तलाब भरे पे ने, दरिया भरे पे ने, पर कदे पपीहे नूं वेखिया उन्हां दरियावां दे पानी नूं पींदे नूं? अज तक जिहड़े वड्डे साडे तो बजुर्ग बैठे ने, कदे किसी पपीहे नूं किसी दरिया तो, किसी सरोवर तो, किसी नदी तो पानी पींदे वेखिया? जवाब है नहीं, नहीं पींदा। ये गल पानी नूं निंददा नहीं है, पानी नूं बुरा नहीं कहंदा, पर जमीन ते डिग्गा होया पानी नहीं पिएगा, मर जाएगा, पर जमीन ते डिग्गा होया पानी नहीं पिएगा। पिएगा पानी जो दाता सीधा उहदे कंठ विच पाएगा। पातशाह कहने लगे बस हुण ते मेरा मन उस पपीहे वांग अटक गए। हर रस चाहे प्रिय प्रिय मुख टेरै, जिवें पपीहा पियो पियो बोलदा है, हुण किते मेरा मन भी इसे तरह वाहिगुरु 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 पुकार करदा है। वाहिगुरु ओ रस दे, क्योंकि तू ते रसा नागर है, तू ते रसां दा दाता है, तू ते रत्नागर है, तू ते अमृत दा दाता है। मैनू दसिया गया है उत्थे अमृत वंडी है, बाणी पढ़िया ना, उत्थे अमृत वंडी है, उत्थे अमृत वंडिया जांदा है। आ ताइयों तां अभ्यासी नठे आउंदे ने, इत्थे अमृत वंडिया जांदा है। आ कदे जे दर्शन नूं इतिहास नूं पिछे ला के देखिए, कदे इसे स्थान ते चरणामृत वंडिया गया, लोकां नूं पता लगा चेचक की बीमारी फैली हुई है, बेअंत रोग फैले हुए ने, दसिया गया इत्थे अमृत वंडिया जांदा है, ते लाइनां लग गईयां उस अमृत नूं प्राप्त करने वास्ते। अज भी दसिया गया इत्थे बाणी दा अमृत वंडिया जांदा है, इत्थे खंडे की पाहुल भी वंडी जांदी है। अज 11 बजे खंडे की पाहुल भी वरतनी है इत्थे। बस हुण यही प्राप्त है, हुण ते मेरा मन प्रिय प्रिय मुख टेरै, होर कुछ करदा ही नहीं। हुण ज्यों अल कमला लोभांगा, ज्यों कमल दे विच भौरा जुड़ गया। बस एक बेनती है, गुण निधान मनमोहन लालन सुखदाई सरबांग है। हे गुण निधान दाता, तुसी ते मन नूं मोह लैण वाले हो, सारे दे सदा संगी ते साथी हो। एक बेनती जे किते आपां भी कह दईए, गुर नानक प्रभ पाहे पठायो। अपना नाम लैके पातशाह लगे, हे अकाल पुरख वाहिगुरु, मैनू मेरे गुरु ने तुहाडे दर ते भेज दिता है। असीं सीधा अकाल पुरख दे दर ते जुड़ के बेनती करते हैं, मेरे गुरु ने कृपा की सानू इत्थे जोड़ दिता है, ते हुण कि मिलो हो सखा गल लागे। हे सच्चे पातशाह, हुण ते मेल लेहो दयाल, टह पए द्वारिया रख लेवहो दीन दयाल परमत बहुहारिया। इतने को बचन प्रवान करना, गुरु कृपा करन सानू सारियां नूं ही बेनती प्रवान करके अपने गल नाल ला लैण, अपने चरणों नाल ला लैण। मेल ले हो दयाल, अज कहने लगे मिल हो सखा। हे सच्चे पातशाह मिलो, गल लग गए अपने गल वकड़ी च पा लो, सानू वो अमृत का घुट अमृत की बख्शिश कर दिओ। भुल चुक दी खिमा, सरबत का सारिਆਂ ਦਾ धन्यवाद। आसीस ते प्यार दिंदिया होया फतेह बुलावना जी। वाहिगुरु जी का खालसा, वाहिगुरु जी की फतेह। राम कली महला तीजा, आनंद एक ओंकार।